ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਨੀ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਭੇਜ ਦਿੱਤਾ ਹੈ, ਜਿੰਨੇ ਵੀ ਆਪਣੇ ਮਨ ਨੂੰ ਸੁਰਤੀ ਵੀ ਆਖੀ ਹੈ, ਤੇ ਸਾਡੀਆਂ ਜਿਹੜੀਆਂ ਸੁਰਤੀਆਂ, ਉਹਨਾਂ ਸਾਰੀਆਂ ਸੁਰਤੀਆਂ ਦਾ ਜੋ ਪਤੀ ਹੈ ਉਹ ਇੱਕੋ ਹੀ ਹੈ, ਪਰਮਾਤਮਾ ਨਿਰੰਕਾਰ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਕਿ ਜਦੋਂ ਸਾਨੂੰ ਸੋਝੀ ਆਉਂਦੀ, ਗਿਆਨ ਹੁੰਦਾ, ਆ ਬਸ ਸੰਗਤ ਕਰਦੇ ਹਾਂ, ਸਿਮਰਨ ਅਭਿਆਸ ਕਰਦੇ ਹਾਂ, ਫਿਰ ਆਪਾਂ ਆਪਦੇ ਪਤੀ ਨੂੰ ਖੁਸ਼ ਕਰਨ ਵਾਸਤੇ, ਤਾਂ ਕਿ ਉਹ ਸਾਡੇ ਨਾਲ ਮਿਲਾਪ ਕਰ ਲਵੇ, ਉਹਦੇ ਵਾਸਤੇ ਫਿਰ ਅਸੀਂ ਇਹ ਜਿਹੜਾ ਸ਼ਿੰਗਾਰ ਕਰਦੀ ਸਾਡੀ ਸੁਰਤੀ, ਜੈਸ ਵਰਤਾਏ ਮਾਰੇ ਫਰਮਾਉਂਦੇ, ਮੈਂ ਬੌਰੀ ਮੇਰਾ ਰਾਮ ਪਧਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ। ਇੱਕ ਤਾਂ ਸ਼ਿੰਗਾਰ ਹੁੰਦਾ ਹੈ ਇਸ ਤਨ ਦਾ, ਕਾਲ ਨੂੰ ਖੁਸ਼ ਕਰਨ ਵਾਸਤੇ ਕੀਤਾ ਜਾਂਦਾ, ਮਾਇਆ ਨੂੰ, ਇਹਨਾਂ ਪੰਜਾਂ ਦੂਤਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ, ਇਹਨਾਂ ਨੂੰ ਖੁਸ਼ ਕਰਨ ਵਾਸਤੇ ਕੀਤਾ ਜਾਂਦਾ ਹੈ। ਇੱਕ ਸ਼ਿੰਗਾਰ ਹੁੰਦਾ ਹੈ ਸਾਡੀ ਸੁਰਤੀ ਦਾ, ਮਨ ਦਾ, ਜਿਹੜਾ ਨਿਰੰਕਾਰ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਕੀਤਾ ਜਾਂਦਾ ਹੈ। ਹੁਣ ਉਹ ਸ਼ਿੰਗਾਰ ਜਦੋਂ ਸਾਡੀ ਸੁਰਤੀ ਕਰਦੀ ਹੈ, ਫਿਰ ਗੁਰਮੁਖਾਂ ਨੇ ਆਖਿਆ ਵੀ ਬੇਸ਼ੱਕ ਸੰਸਾਰੀ ਜੀਵ ਸਾਡੀ ਨਿੰਦਿਆ ਕਰਨ, ਸਾਨੂੰ ਮਾੜਾ ਆਖਣ, ਪਰ ਅਸੀਂ ਜਿਹੜਾ ਸ਼ਿੰਗਾਰ ਕਰਨਾ ਉਹ ਆਪਦੇ ਪਤੀ ਨੂੰ ਖੁਸ਼ ਕਰਨ ਵਾਸਤੇ ਕਰਨਾ ਹੈ, ਸਾਨੂੰ ਦੁਨੀਆ ਦੀ ਪਰਵਾਹ ਨਹੀਂ ਹੈ।
ਮਹਾਰਾਜ ਕਹਿੰਦੇ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਬਈ ਬੇਸ਼ੱਕ ਭਲਾ ਸਾਡੀ ਕੋਈ ਨਿੰਦਿਆ ਕਰੇ, ਸਾਨੂੰ ਕੋਈ ਮਾੜਾ ਆਖੇ, ਸਾਡੇ ਤੇ ਉਹਦਾ ਕੋਈ ਅਸਰ ਨਹੀਂ, ਕਿਉਂਕਿ ਸਾਡਾ ਤਨ ਤੇ ਤਨ ਦਾ ਜੋ ਮਨ ਹੈ, ਮਨ ਦਾ ਤਨ, ਉਸ ਪਤੀ ਪਰਮੇਸ਼ਰ ਯੋਗ ਹੋ ਚੁੱਕਾ ਹੈ। ਬਈ ਉਹਨੂੰ ਖੁਸ਼ ਕਰਨ ਵਾਸਤੇ ਉਹਦੇ ਲਈ ਇਹ ਸ਼ਿੰਗਾਰ ਕੀਤਾ। ਹੁਣ ਇਹ ਜਿਹੜਾ ਸ਼ਿੰਗਾਰ ਹੈ ਫਿਰ ਇਹ ਹੁੰਦਾ ਕਿਵੇਂ ਕਿਵੇਂ ਕੀਤਾ ਜਾਂਦਾ ਹੈ? ਤਨ ਦਾ, ਸਰੀਰ ਦਾ ਤਾਂ ਸਾਨੂੰ ਪਤਾ ਹੈ, ਇਹ ਤਾਂ ਕਾਲ ਨੇ ਸਿਖਾਇਆ ਹੈ ਸਾਨੂੰ ਕਰਨ। ਪਰ ਜਿਹੜਾ ਸਾਡੇ ਮਨ ਦਾ ਸ਼ਿੰਗਾਰ, ਉਹ ਫਿਰ ਸਾਨੂੰ ਸਤਿਗੁਰੂ ਸਿਖਾਉਂਦੇ ਨੇ, ਸਾਨੂੰ ਗੁਰੂ ਸਿਖਾਉਂਦਾ ਹੈ, ਸਾਨੂੰ ਉਹ ਗੁਰਮੁਖ ਸੰਤ ਸਾਧੂ ਜਨ ਸਿਖਾਉਂਦੇ ਨੇ, ਜਿਨ੍ਹਾਂ ਨੇ ਆਪਦਾ ਪਤੀ ਜਿਹੜਾ ਮਾਲਕ ਉਸ ਨੂੰ ਬਣਾ ਲਿਆ। ਜਿਹੜੇ ਮਨਮੁਖ ਨੇ ਉਹਨਾਂ ਨੇ ਆਪਦਾ ਪਤੀ ਮਾਲਕ ਨੂੰ ਨਹੀਂ, ਉਹਨਾਂ ਨੇ ਕਾਲ ਨੂੰ, ਇਹਨਾਂ ਪੰਜਾਂ ਦੂਤਾਂ ਨੂੰ ਬਣਾਇਆ। ਕਾਲ ਨੂੰ ਖੁਸ਼ ਕਰਨ ਵਾਸਤੇ ਇਹ ਪੰਜਾਂ ਕਾਮ, ਕ੍ਰੋਧ, ਲੋਭ, ਅਹੰਕਾਰ ਨੂੰ, ਇਹਨਾਂ ਨੂੰ ਆਪਦੇ ਪਤੀ ਬਣਾ ਲਿਆ। ਸੋ ਉਦੋਂ ਫਿਰ ਜਿਹੜਾ ਖੇਲ ਹੈ ਮਾਇਆ ਦਾ, ਪੰਜਾਂ ਦੂਤਾਂ ਦਾ, ਉਦੋਂ ਹੋਰ ਚੱਲਦਾ ਹੈ। ਜਦੋਂ ਫਿਰ ਇਹਨਾਂ ਦਾ ਰੰਗ ਚੜ੍ਹਿਆ ਹੁੰਦਾ ਸਾਡੀ ਸੁਰਤੀ ਤੇ ਮਨ ਤੇ, ਉਹਨੂੰ ਫਿਰ ਕੱਚਾ ਰੰਗ ਕਹਿੰਦੇ, ਉਹਨੂੰ ਕੁਸੁੰਭ ਦਾ ਰੰਗ ਕਹਿੰਦੇ ਮਾਇਆ 'ਚ। ਇਹ ਮਾਇਆ ਦਾ ਰੰਗ ਚੜ੍ਹਦਾ ਵੀ ਬੜਾ ਛੇਤੀ ਹੈ ਤੇ ਉਤਰਦਾ ਵੀ ਬੜੀ ਛੇਤੀ ਹੈ, ਲੈ ਜਾਂਦਾ। ਇਸ ਨੂੰ ਮਹਾਰਾਜ ਕਹਿੰਦੇ ਕੱਚਾ ਰੰਗ ਕੁਸੁੰਭਕ ਥੋੜ੍ਹੇ ਦਿਨ ਚਾਰ, ਥੋੜ੍ਹੇ ਦਿਨ ਦਾ, ਇਹ ਕੋਈ ਪੱਕਾ ਰੰਗ ਨਹੀਂ ਹੈ। ਇਹ ਸਰੀਰ ਸਦਾ ਰਹਿਣ ਵਾਲਾ ਨਹੀਂ, ਨਾਸਵਾਨ ਮਿਥਿਆ ਹੋਇਆ, ਇਹਨੇ ਸਦਾ ਇੱਦਾਂ ਦਾ ਨਹੀਂ ਰਹਿਣਾ, ਇਹਦੇ ਵਿੱਚ ਬਦਲਾਅ ਆਉਂਦਾ ਰਹਿੰਦਾ। ਇਸ ਵਾਸਤੇ ਫਿਰ ਜਿਹੜਾ ਜੀਵ ਇਹ ਸਰੀਰ ਦੇ ਉੱਤੇ ਅਭਿਮਾਨ ਕਰਦਾ, ਹਉਮੈ ਹੰਕਾਰ ਕਰਦਾ ਇਹਦਾ, ਉਸ ਨੂੰ ਫਿਰ ਗੁਰਬਾਣੀ ਗੁਰੂ ਵਿੱਚ ਮਾਰੇ ਮੂਰਖ ਕਹਿੰਦੇ ਨੇ। ਜਿਹਨੂੰ ਇਹ ਅਭਿਮਾਨ ਹੈ ਮਾਇਆ ਨੇ ਕਰਾ ਦਿੱਤਾ, ਇਹਨਾਂ ਪੰਜਾਂ ਨੇ, ਬਈ ਮੇਰੇ ਕੋਲ ਧਨ ਬੜਾ ਹੈ, ਮੇਰੇ ਕੋਲ ਭੂਮ, ਮੇਰੇ ਕੋਲ ਜ਼ਮੀਨ ਜਾਇਦਾਦ ਬੜੀ ਹੈ। ਤੇ ਮਹਾਰਾਜ ਉਸ ਨੂੰ ਕੀ ਕਹਿੰਦੇ? ਕਹਿੰਦੇ ਧਨ ਭੂਮ ਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ। ਵੀ ਮੂਰਖ ਹੈ, ਅੰਨਾ। ਬਈ ਇਹਨੇ ਜਿਹੜਾ ਸ਼ਿੰਗਾਰ ਕਰਨਾ ਸੀ ਉਹ ਨਹੀਂ ਕੀਤਾ, ਮਾਇਆ ਦਾ ਕੀਤਾ। ਮਾਇਆ ਦਾ ਨਸ਼ਾ ਚੜ੍ਹਿਆ ਹੋਇਆ, ਇਹਦੀ ਸੁੱਧ ਬੁੱਧ ਮਾਰੀ ਪਈ ਹੈ। ਸੋ ਇਸੇ ਤਰ੍ਹਾਂ ਹੀ ਫਿਰ ਜਾਂ ਜੀਵੇ ਸਰੀਰ ਦੇ ਉੱਤੇ ਹਉਮੈ ਕਰਦਾ, ਹੰਕਾਰ ਕਰਦਾ, ਵੀ ਮੈਂ ਬੜਾ ਸੋਹਣਾ, ਮੈਂ ਬੜਾ ਜਵਾਨ, ਮੈਂ ਤਾਂ ਇੱਦਾਂ ਦਾ ਹੀ ਰਹਿਣਾ। ਤੇ ਉਦੋਂ ਮਹਾਰਾਜ ਕਹਿੰਦੇ ਵੀ ਇਹਨੂੰ ਇਹ ਨਹੀਂ ਪਤਾ, ਇਹਦੇ ਤੇ ਹਉਮੈ ਹੰਕਾਰ ਕੀਤਾ ਹੋਇਆ, ਇਹਨੂੰ ਅੰਤ ਸਮੇਂ ਵੈਸ਼ਟ ਦਾ, ਗੰਦਗੀ ਦਾ ਕੀੜਾ ਬਣਾ ਦੇਣਗੇ। ਮਹਾਰਾਜ ਕਹਿੰਦੇ ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ ਵੈਸ਼ਟਾ ਕਾ ਜੰਤ। ਸੋ ਇਸ ਤਰ੍ਹਾਂ ਫਿਰ ਇੱਕ ਤਾਂ ਇਹ ਮਾਇਆ ਦੇ ਰੰਗ ਨੇ ਜਿਹੜੇ ਫਿਰ ਜੀਵ ਨੂੰ ਜਦੋਂ ਚੜ੍ਹੇ ਹੁੰਦੇ, ਉਦੋਂ ਫਿਰ ਇਹਦੇ ਉੱਤੇ ਹੀ ਉਹ ਹਉਮੈ ਹੰਕਾਰ ਕਰਦਾ ਹੈ। ਕਦੇ ਧਨ ਦੇ ਉੱਤੇ ਹੰਕਾਰ, ਵੀ ਮੈਨੂੰ ਕਿਸੇ ਦੀ ਕੀ ਲੋੜ ਹੈ, ਮੇਰੇ ਕੋਲ ਬੜਾ ਧਨ ਹੈ, ਮੈਂ ਜੋ ਮਰਜ਼ੀ ਕਰ ਲਾਂ, ਜਾਂ ਮੇਰੇ ਕੋਲ ਬੜੀ ਜ਼ਮੀਨ ਜਾਇਦਾਦ ਹੈ, ਜਾਂ ਮੈਂ ਬੜਾ ਜਵਾਨ, ਮੈਂ ਬੜਾ ਸੋਹਣਾ। ਇਸ ਤਰ੍ਹਾਂ ਫਿਰ ਇਹ ਵੀ ਰੰਗ ਨੇ, ਇਹ ਮਾਇਆ ਦੇ ਰੰਗ ਨੇ। ਇਹਨੂੰ ਕਹਿੰਦੇ ਨੇ ਫਿੱਕਾ ਰੰਗ, ਝੂਠਾ ਰੰਗ, ਮਾਇਆ ਦਾ, ਕੁਸੁੰਭ ਦਾ ਰੰਗ, ਕੱਚਾ ਰੰਗ। ਹੁਣ ਜਿਨ੍ਹਾਂ ਗੁਰਮੁਖਾਂ ਨੂੰ ਸੋਝੀ ਆ ਗਈ, ਜਿਨ੍ਹਾਂ ਨੇ ਸਾਧ ਸੰਗਤ ਕੀਤੀ, ਉਹਨਾਂ ਨੂੰ ਪਤਾ ਵੀ ਇਹ ਰੰਗ ਨੇ ਜਿਹੜੇ ਇਹ ਫਿੱਕੇ ਨੇ, ਤੇ ਇਹਨਾਂ ਦੇ ਵਿੱਚ ਅਸੀਂ ਦੁਖੀ ਹੁੰਦੇ। ਫਿਰ ਉਹਨਾਂ ਨੇ ਸੋਚਿਆ ਵੀ ਅਸੀਂ ਕਿਉਂ ਨਾ ਪੱਕਾ ਰੰਗ ਚੜ੍ਹਾਈਏ ਨਾਮ ਦਾ, ਸੱਚ ਦਾ,
ਵੀ ਜਿਹੜਾ ਰੰਗ ਚੜ੍ਹਨ ਦੇ ਨਾਲ ਸਾਨੂੰ ਸੁੱਖ ਮਿਲੇ, ਸਾਨੂੰ ਸ਼ਾਂਤੀ ਆਵੇ, ਜਿਹੜਾ ਰੰਗ ਚੜ੍ਹਨ ਦੇ ਨਾਲ ਸਾਡਾ ਇਹ ਰੰਗ ਲੱਥੇ ਨਾ। ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹ ਰੰਗ ਹੈ ਨਾਮ ਦਾ। ਉਹਦੇ ਵਾਸਤੇ ਫਿਰ ਆਪਾਂ ਨੂੰ ਰੰਗ ਚੜਾਉਣ ਲਈ ਸੱਚ ਦਾ, ਮਾਲਕ ਦਾ ਫਿਰ ਆਪਾਂ ਨੂੰ ਤਿਆਰੀ ਕਰਨੀ ਪੈਂਦੀ। ਜਿਵੇਂ ਸੰਸਾਰ ਦੇ ਰੰਗ ਚੜਾਉਣ ਵਾਸਤੇ ਵੀ ਤਿਆਰੀ ਕਰਨੀ ਪੈਂਦੀ, ਮਨਮੁਖ ਵੀ ਤਿਆਰੀ ਕਰਦਾ ਅਤੇ ਤਿਆਰੀ ਗੁਰਮੁਖ ਵੀ ਕਰਦੇ, ਉਹ ਮਨ ਦੇ ਉੱਤੇ ਰੰਗ ਚੜਾਉਣ ਦੀ ਕਰਦੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਗੁਰਮੁਖਾਂ ਦਾ ਸ਼ਿੰਗਾਰ ਕਾਹਦੇ ਲਈ ਹੈ? ਪਰਮਾਤਮਾ ਨੂੰ ਮਿਲਣ ਵਾਸਤੇ। ਕਿ ਉਹ ਸ਼ਿੰਗਾਰ ਮਿਲਣ ਕੇ ਤਾਈਂ ਵੀ ਮਾਲਕ ਨੂੰ ਮਿਲਣ ਵਾਸਤੇ ਉਹ ਸੁਰਤੀ ਨੇ ਸ਼ਿੰਗਾਰ ਕੀਤਾ। ਹੁਣ ਇਹ ਫਿਰ ਸ਼ਿੰਗਾਰ ਜਿਹੜਾ ਆਪਾਂ ਕਰਦੇ ਹਾਂ, ਪਹਿਲਾਂ ਅਸੀਂ ਇਹ ਮਾਇਆ ਦਾ ਰੰਗ ਲਾਉਂਦੇ, ਕੱਚਾ ਰੰਗ ਜਿਹੜਾ ਚੜ੍ਹਿਆ ਸਾਡੇ ਮਨ ਦੇ ਉੱਤੇ। ਹੁਣ ਉਹਦੇ ਵਾਸਤੇ ਫਿਰ ਜਦੋਂ ਆਪਾਂ ਸਿਮਰਨ ਕਰਦੇ ਹਾਂ, ਜਿਉਂ-ਜਿਉਂ ਆਪਾਂ ਸਿਮਰਨ ਕਰਾਂਗੇ, ਇਹ ਮਾਇਆ ਦਾ ਰੰਗ ਲੱਥੇਗਾ, ਜਿਹੜਾ ਝੂਠਾ ਚੜ੍ਹਿਆ ਹੋਇਆ ਕੱਚਾ ਰੰਗ। ਜਿਵੇਂ ਆਪਾਂ ਲਲਾਰੀ ਕੋਲ ਜਾਂਦੇ ਹਾਂ ਕੱਪੜਾ ਰੰਗਾਉਣ ਵਾਸਤੇ, ਪਹਿਲਾਂ ਉਹ ਜਿਹੜਾ ਦੂਸਰਾ ਰੰਗ ਲਾਉਂਦਾ ਹੈ, ਫਿਰ ਉਹਦੇ ਉੱਤੇ ਪੱਕਾ ਰੰਗ ਦੂਸਰਾ ਚੜ੍ਹਾਉਂਦਾ ਹੈ। ਹੁਣ ਇਸੇ ਤਰ੍ਹਾਂ ਹੀ ਜਦੋਂ ਅਸੀਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਪਹਿਲਾਂ ਸੰਸਾਰ ਦੇ ਵਿੱਚ ਸਾਡੇ ਉੱਤੇ ਮਾਇਆ ਦੇ ਰੰਗ ਚੜ੍ਹੇ ਹੁੰਦੇ, ਫਿਰ ਸਤਿਗੁਰੂ ਆਪਣਾ ਪਹਿਲਾਂ ਇਹ ਰੰਗ ਲਾਉਂਦੇ। ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਸਿਮਰਨ ਕਰੋ। ਜਿਉਂ-ਜਿਉਂ ਆਪਾਂ ਸਿਮਰਨ ਕਰਦੇ ਹਾਂ, ਨਾਲ ਨਾਲ ਫਿਰ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਗੁਰੂ ਦੀ ਸਾਨੂੰ ਗਿਆਨ ਹੁੰਦਾ ਵੀ ਸਾਨੂੰ ਨਾਲ ਨਾਲ ਸੋਝੀ ਦਿੰਦੇ ਵੀ ਤੁਸੀਂ ਦੇਖੋ ਤੁਹਾਡੇ ਉੱਤੇ ਕਿਹੜਾ ਰੰਗ ਚੜ੍ਹਿਆ। ਫਿਰ ਜਦੋਂ ਆਪਾਂ ਨੂੰ ਗਿਆਨ ਹੁੰਦਾ, ਪਤਾ ਲੱਗਦਾ ਵੀ ਵਾਕਈ ਸਾਡੇ 'ਤੇ ਵੀ ਮਾਇਆ ਦੇ ਰੰਗ ਚੜ੍ਹੇ ਹੋਏ ਨੇ। ਫਿਰ ਜਿਉਂ-ਜਿਉਂ ਆਪਾਂ ਸ਼ਬਦ ਦੀ ਵਿਚਾਰ ਸੁਣਦੇ ਹਾਂ, ਨਾਲ ਨਾਲ ਸਿਮਰਨ ਕਰਦੇ ਹਾਂ, ਫਿਰ ਇਹ ਰੰਗ ਲੱਥਦਾ। ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਇਹ ਰੰਗ ਲੱਥ ਜਾਂਦਾ, ਜਦੋਂ ਇਹ ਰੰਗ ਸਾਡੇ ਮਨ ਦੇ ਉੱਤੇ ਪਹਿਲਾਂ ਚੜ੍ਹਿਆ ਹੁੰਦਾ, ਇਹਨੂੰ ਮਾਇਆ ਦਾ ਰੰਗ ਕਹਿੰਦੇ, ਇਹ ਸਾਡੇ ਪਤੀ ਪਰਮੇਸ਼ਰ ਨੂੰ ਭਾਉਂਦਾ ਨਹੀਂ ਹੈ, ਉਹਨੂੰ ਚੰਗਾ ਨਹੀਂ ਲੱਗਦਾ। ਮਾਰੇ ਫਰਮਾਉਂਦੇ, ਇਹ ਤਨ ਮਾਇਆ ਪਾਇਆ ਲੀਤੜਾ ਪਿਆਰੇ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਛੇਜੇ ਜਾਏ। ਬਈ ਇਹ ਜਿਹੜਾ ਸਾਡਾ ਪਹਿਲਾਂ ਸੁਰਤੀ ਨੇ ਰੰਗ ਚੜ੍ਹਾਇਆ ਲੋਭ ਦਾ, ਮਾਇਆ ਦਾ, ਜਦੋਂ ਇਹ ਲੋਭ ਦਾ ਰੰਗ ਚੜ੍ਹਿਆ ਹੁੰਦਾ, ਇਹ ਜਿਹੜਾ ਚੋਲਾ ਪਾਇਆ, ਜਿਹੜਾ ਇਹ ਰੰਗ ਚੜ੍ਹਾਇਆ ਸਾਡੀ ਸੁਰਤੀ ਨੇ, ਇਹ ਸਾਡੇ ਸਹੁ ਪਤੀ ਨੂੰ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਜਦ ਤੱਕ ਇਹ ਰੰਗ ਚੜ੍ਹਿਆ, ਉਹ ਸਾਡੇ ਘਰ ਆਉਂਦਾ ਨਹੀਂ ਹੈ, ਉਹ ਪਤੀ ਨੂੰ ਭਾਉਂਦਾ ਨਹੀਂ, ਅਤੇ ਇਸ ਕਰਕੇ ਉਹ ਸਾਡੀ ਸੁਰਤੀ ਦੇ ਨਾਲ ਮਿਲਾਪ ਨਹੀਂ ਹੁੰਦਾ ਹੈ। ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਜਿਹੜਾ ਰੰਗ ਲੋਭ ਦਾ ਜਿਨ੍ਹਾਂ ਦੇ ਮਨ ਦੇ ਉੱਤੇ ਚੜ੍ਹ ਜਾਂਦਾ ਹੈ, ਉਹਨਾਂ ਨੂੰ ਪਰਮਾਤਮਾ ਹੀ ਭੁੱਲ ਜਾਂਦਾ ਹੈ। ਇਸ ਲੋਭ ਨੂੰ ਸਵਾਨ ਆਖੀਏ। ਸਵਾਨ ਹੁੰਦਾ ਕੁੱਤਾ, ਕੁੱਕਰ। ਮਾਰੇ ਕਹਿੰਦੇ ਲੋਭ ਸਵਾਨ ਜਿੰਨਾ ਮਨ ਲੱਗਿਆ, ਪਰ ਵਿਸਰਿਆ ਪੁਰਖ ਚੰਗੇਰਾ। ਬਈ ਇਹ ਲੋਭ ਸਵਾਨ ਹੈ, ਕੁੱਤਾ ਹੈ, ਜਿਨ੍ਹਾਂ ਦੇ ਮਨ ਨੂੰ ਲੱਗ ਗਿਆ, ਉਹਨਾਂ ਨੂੰ ਪਰਮਾਤਮਾ ਚੇਤੇ ਹੀ ਨਹੀਂ ਆਉਂਦਾ, ਉਹਨਾਂ ਨੂੰ ਯਾਦ ਆਉਂਦਾ ਹੀ ਨਹੀਂ, ਉਹ ਨਹੀਂ ਸਿਮਰਨ ਕਰਦੇ। ਫਿਰ ਜਿਵੇਂ ਆਪਾਂ ਨੂੰ ਉਦਾਹਰਨ ਦਿੱਤੀ ਵੀ ਜਿਵੇਂ ਉਹ ਸਵਾਨ ਹੈ, ਕੁੱਤਾ, ਉਹ ਹਲਕ ਜਾਂਦਾ। ਜਦੋਂ ਉਹਨੂੰ ਹਲਕ ਚੜ੍ਹਦਾ, ਉਹਦੇ ਅੰਦਰ ਲਹਿਰ ਚੱਲਦੀ ਹੈ ਹਲਕ ਦੀ, ਫਿਰ ਉਹਨੂੰ ਆਪਣੇ ਪਰਾਏ ਦੀ ਵੀ ਪਹਿਚਾਣ ਭੁੱਲ ਜਾਂਦੀ ਹੈ। ਜਿਹੜਾ ਵੀ ਉਹਦੇ ਸਾਹਮਣੇ ਆਉਂਦਾ, ਉਹਨੂੰ ਹੀ ਵੱਢਦਾ। ਉਹੀਓ ਵਾਸਤਾ ਫਿਰ ਜਿਨ੍ਹਾਂ ਦੇ ਮਨ ਦੇ ਉੱਤੇ ਲੋਭ ਦਾ ਰੰਗ ਚੜ੍ਹ ਗਿਆ, ਉਹਨਾਂ ਨੂੰ ਆਪਣੇ ਪਰਾਏ ਦੀ ਵੀ ਪਹਿਚਾਣ ਭੁੱਲ ਜਾਂਦੀ। ਉਹ ਜੀਵ ਹਰ ਇੱਕ ਜੀਵ ਦਾ ਹੱਕ ਮਾਰਨਾ ਚਾਹੁੰਦਾ।
ਬਈ ਮੈਂ ਇੱਧਰੋਂ ਵੀ ਇਕੱਠਾ ਕਰ ਲਾਂ, ਨਾ ਉਹ ਆਪਦਾ ਭਰਾ ਦੇਖੇ, ਨਾ ਉਹ ਆਪਦਾ ਹੋਰ ਕੋਈ ਸੰਗੀ ਸਾਥੀ ਦੇਖੇ। ਉਹਨੂੰ ਸਿਰਫ ਇਹ ਹੁੰਦਾ ਵੀ ਕਿਵੇਂ ਵੀ ਮੈਂ ਕਿਸੇ ਨਾਲ ਧੋਖਾ ਕਰਕੇ ਜਾਂ ਕਿਸੇ ਦੇ ਨਾਲ ਪਿਆਰ ਕਰਕੇ ਵੀ ਕਿਵੇਂ ਨਾ ਕਿਵੇਂ ਮੈਂ ਧਨ ਹੈ ਜਿਹੜਾ ਉਹ ਆਪਦੇ ਵੱਲ ਕਰ ਲਵਾਂ, ਆਪਦੇ ਕੋਲ ਕਰ ਲਵਾਂ, ਚਾਹੇ ਉਹਦੇ ਵਾਸਤੇ ਉਹਨੂੰ ਕੁਛ ਵੀ ਕਰਨਾ ਪਵੇ। ਉਹਨੂੰ ਫਿਰ ਕਹਿੰਦੇ ਵੀ ਹਲਕ ਗਿਆ, ਵੀ ਐਸਾ ਹਲਕ ਚੜ੍ਹਿਆ ਇਹਨੂੰ ਵੀ ਜਿਹੜਾ ਵੀ ਇਹਦੇ ਸਾਹਮਣੇ ਆਏਗਾ ਉਹਨੂੰ ਹੀ ਵੱਢੇਗਾ, ਉਹਦਾ ਹੀ ਹੱਕ ਮਾਰੇਗਾ। ਮਹਾਰਾਜ ਦੱਸਦੇ ਕਹਿੰਦੇ ਜਿਉਂ ਕੂਕਰ ਹਲਕਾਇਆ ਧਾਵੇ ਦਹਿ ਦਿਸ ਜਾਈ, ਲੋਭੀ ਜੰਤ ਨ ਜਾਣੀ ਭਖ ਭਖ ਸਭ ਖਾਈ। ਬਈ ਜਿਵੇਂ ਉਹ ਕੋਤਾ ਦਸਾਂ ਦਿਸ਼ਾਵਾਂ ਵੱਲ ਭੱਜਦਾ, ਹਲਕ ਜਾਂਦਾ, ਜਿੱਧਰ ਨੂੰ ਮੂੰਹ ਹੁੰਦਾ ਉੱਧਰ ਨੂੰ ਭੱਜ ਲੈਂਦਾ, ਅਤੇ ਜਿਹੜਾ ਉਹਦੇ ਸਾਹਮਣੇ ਆਉਂਦਾ ਉਹਨੂੰ ਵੱਢਦਾ। ਉਹ ਵਾਸਤਾ ਹੁਣ ਇਹ ਲੋਭੀ ਜੀਵ ਦੀ ਹੈ, ਅਤੇ ਇਹ ਵੀ ਇੱਕ ਰੰਗ ਹੈ ਲੋਭ ਦਾ, ਇਹ ਮਾਇਆ ਦਾ ਰੰਗ ਹੈ। ਇਹ ਵੀ ਜੀਵਾਂ ਦੇ ਉੱਤੇ ਚੜ੍ਹਦਾ ਹੈ, ਮਾਇਆ ਦਾ ਮਨ ਦੇ ਉੱਤੇ ਚੜ੍ਹਿਆ ਹੁੰਦਾ ਹੈ। ਸੋ ਇਸੇ ਤਰ੍ਹਾਂ ਹੀ ਫਿਰ ਮਹਾਰਾਜ ਕਹਿੰਦੇ ਵੀ ਇਹ ਵੀ ਰੰਗ ਨੇ ਸੰਸਾਰ ਦੇ ਝੂਠੇ। ਅਤੇ ਜਦੋਂ ਫਿਰ ਆਪਾਂ ਸਤਸੰਗ 'ਚ ਆਉਂਦੇ ਹਾਂ, ਆਪਾਂ ਨੂੰ ਗਿਆਨ ਦਿੰਦੇ ਵੀ ਤੁਸੀਂ ਦੇਖੋ ਤੁਹਾਡੇ 'ਤੇ ਕਿਹੜਾ ਰੰਗ ਚੜ੍ਹਿਆ, ਵੀ ਕਿਤੇ ਸਾਡੇ 'ਤੇ ਵੀ ਲੋਭ ਦਾ ਰੰਗ ਤਾਂ ਨਹੀਂ ਚੜ੍ਹ ਗਿਆ। ਅਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਚੜ੍ਹਿਆ ਵੀ ਹੈ, ਇਹ ਉਤਰ ਸਕਦਾ ਹੈ ਜੇ ਅਸੀਂ ਗੁਰੂ ਦੀ ਮੱਤ ਲਈਏ। ਜਦ ਤੱਕ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ ਫਿਰ ਇਹ ਰੰਗ ਉਤਰਦਾ ਨਹੀਂ ਹੈ। ਫਿਰ ਇਹ ਜੀਵ ਸਾਰੀ ਉਮਰ ਇਸੇ ਤਰ੍ਹਾਂ ਹੀ ਲੰਘਾ ਦਿੰਦਾ, ਲੋਭ ਦੇ ਵਿੱਚ ਪਿਆ ਹੋਇਆ ਸਾਰੀ ਉਮਰ ਇਕੱਠਾ ਕਰਦਾ ਰਹਿੰਦਾ, ਅਤੇ ਜਦੋਂ ਦਿੱਤਾ ਹੋਇਆ ਸਮਾਂ ਖਤਮ ਹੁੰਦਾ ਹੈ ਇਹ ਤੋਂ ਖਾਲੀ ਹੱਥ ਵਾਪਸ ਚਲਾ ਜਾਂਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ, ਅੰਤ ਕੀ ਵਾਰ ਨਾ ਕਿਛ ਮਿਲਿਓ ਲੀ ਲੰਗੋਟੀ। ਵੀ ਉਹਦੀ ਜਿਹੜੀ ਅੰਤ ਵਾਰ ਸੀ ਇਹ ਤੋਂ ਖਾਲੀ ਗਿਆ। ਪਹਿਲਾਂ ਲੋਹ ਦੇ ਵਿੱਚ ਆ ਕੇ ਲੱਖਾਂ ਕਰੋੜਾਂ ਇਕੱਠੇ ਕੀਤੇ ਅਤੇ ਮੁੜ ਕੇ ਸਾਰਾ ਕੁਛ ਇੱਥੇ ਹੀ ਛੱਡ ਕੇ ਗਾਂਹ ਚਲਾ ਗਿਆ। ਸੋ ਆਪਾਂ ਨੂੰ ਫਿਰ ਸਮਝਾਉਂਦੇ ਬਈ ਆਪਾਂ ਇਹ ਮਾਇਆ ਦੇ ਰੰਗ ਨਹੀਂ, ਆਪਾਂ ਮਾਲਕ ਦਾ ਰੰਗ ਚੜਾਉਣਾ, ਨਾਮ ਦਾ ਅਤੇ ਸੱਚ ਦਾ ਵਾਹਿਗੁਰੂ ਦਾ ਰੰਗ ਚੜਾਉਣਾ। ਹੁਣ ਉਹ ਰੰਗ ਸਾਡੇ ਉੱਤੇ ਤਾਂ ਚੜ੍ਹਦਾ ਜਦੋਂ ਸਾਨੂੰ ਗਿਆਨ ਹੁੰਦਾ, ਫਿਰ ਅਸੀਂ ਰੰਗ ਚੜਾਉਂਦੇ ਮਾਲਕ ਦਾ, ਪਰਮਾਤਮਾ ਦਾ, ਨਾਮ ਦਾ। ਹੁਣ ਇਹ ਫਿਰ ਰੰਗ ਕਿਵੇਂ ਚੜ੍ਹਦਾ ਸਾਡੇ 'ਤੇ ਨਾਮ 'ਤੇ, ਸੱਚ ਦਾ, ਪਰਮਾਤਮਾ ਦਾ। ਉਹਦੇ ਵਾਸਤੇ ਫਿਰ ਜਦੋਂ ਪਹਿਲਾਂ ਇਹ ਆਪਾਂ ਸਿਮਰਨ ਕਰਦੇ ਹਾਂ, ਅਭਿਆਸ ਕਰਦੇ ਕਰਦੇ ਜਦੋਂ ਆਪਣੇ ਅੰਦਰ ਜੋ ਨਾਮ ਹੈ ਸ਼ਬਦ ਗੁਰੂ ਉਹ ਪ੍ਰਗਟ ਹੋ ਜਾਂਦਾ। ਜਦੋਂ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ ਆਪਣੀ ਸੁਰਤੀ ਉਹ ਸ਼ਬਦ ਗੁਰੂ ਨਾਲ ਜੁੜਦੀ ਹੈ, ਅੰਦਰੋਂ ਮਾਲਕ ਬੋਲ ਰਿਹਾ ਹੈ, ਆਪਾਂ ਨੂੰ ਸੁਣੀ ਜਾਂਦੇ ਹਾਂ। ਫਿਰ ਆਪਾਂ ਜਦੋਂ ਸੁਣਦੇ ਹਾਂ ਮਾਲਕ ਦੀ ਆਵਾਜ਼ ਨੂੰ ਅਤੇ ਨਾਲ ਸਿਮਰਨ ਕਰਦੇ ਹਾਂ ਉਹਨੂੰ ਸੁਣ ਸੁਣ ਕੇ। ਮਾਲਕ ਬੋਲੀ ਜਾ ਰਿਹਾ ਹੈ, ਆਪਾਂ ਉਹਦੀ ਆਵਾਜ਼ ਸੁਣੀ ਜਾ ਰਹੇ ਹਾਂ ਅਤੇ ਨਾਲ ਕੀਤੀ ਜਾਂਦੇ ਹਾਂ ਵਾਹਿਗੁਰੂ ਵਾਹਿਗੁਰੂ। ਇਹਦੇ ਨਾਲ ਫਿਰ ਆਪਣੇ ਉੱਤੇ ਨਾਮ ਦਾ ਰੰਗ ਚੜ੍ਹਦਾ। ਉਦੋਂ ਕਹਿੰਦੇ ਆਪਾਂ ਨੂੰ ਵੀ ਹੁਣ ਇਹ ਨਾਮ ਨੂੰ ਦ੍ਰਿੜ ਕਰ ਰਹੇ ਨੇ। ਮਾਲਕ ਦੀ ਆਵਾਜ਼ ਆਪਾਂ ਨੂੰ ਸੁਣ ਰਹੀ ਹੈ ਅਤੇ ਨਾਲ ਨਾਲ ਆਪਾਂ ਸਿਮਰਨ ਕੀਤੀ ਜਾਂਦੇ ਹਾਂ, ਫਿਰ ਸਾਡੇ ਮਨ ਦੇ ਉੱਤੇ ਨਾਮ ਦਾ ਰੰਗ ਚੜ੍ਹਦਾ। ਫਿਰ ਜੋ ਸੱਚ ਹੈ ਪਰਮਾਤਮਾ, ਜੋ ਸਾਡਾ ਸਾਰਿਆਂ ਦਾ ਮਾਤਾ ਪਿਤਾ, ਜੋ ਪ੍ਰਕਾਸ਼ ਹੈ ਨਰੋਲ, ਫਿਰ ਜਦੋਂ ਆਪਾਂ ਇਹਨਾਂ ਨੇਤਰਾਂ ਦੁਆਰਾ ਪਰਮਾਤਮਾ ਨੂੰ ਦੇਖਦੇ ਹਾਂ, ਸਾਹਮਣੇ ਮਾਲਕ, ਜਦੋਂ ਉਹਨੂੰ ਆਪਾਂ ਦੇਖਦੇ ਹਾਂ ਸਾਡੇ ਨੇਤਰਾਂ ਦੇ ਨਾਲ ਨੇਤਰ ਮਿਲਦੇ, ਫਿਰ ਆਪਾਂ ਉਹਨੂੰ ਦੇਖੀ ਜਾਂਦੇ ਹਾਂ ਅਤੇ ਨਾਲ ਸਿਮਰਨ ਕੀਤੀ ਜਾਂਦੇ ਹਾਂ। ਸਾਹਮਣੇ ਦੇਖ ਰਹੇ ਹਾਂ ਅਤੇ ਬੋਲ ਰਹੇ ਹਾਂ ਵਾਹਿਗੁਰੂ। ਉਦੋਂ ਕਹਿੰਦੇ ਵੀ
ਸੱਚ ਨੂੰ ਦ੍ਰਿੜ ਕਰਦੇ ਨੇ ਪਰਮਾਤਮਾ ਨੂੰ। ਇਹਦੇ ਨਾਲ ਫਿਰ ਸਾਡੇ ਮਨ ਦੇ ਉੱਤੇ ਸੱਚ ਦਾ ਮਾਲਕ ਦਾ ਰੰਗ ਚੜ੍ਹਦਾ ਹੈ। ਸੋ ਫਿਰ ਆਪਣੀ ਜਿਹੜੀ ਦ੍ਰਿਸ਼ਟੀ ਹੈ ਇਹ ਦ੍ਰਿਸ਼ਟੀ ਬਦਲ ਜਾਂਦੀ ਹੈ। ਸਾਰਾ ਜਿਹੜਾ ਖੇਲ ਇਸ ਲੋਕ ਦਾ, ਸੰਸਾਰ ਦਾ, ਇਹ ਦ੍ਰਿਸ਼ਟੀ ਦੁਆਰਾ ਚੱਲਦਾ। ਦ੍ਰਿਸ਼ਟੀ ਕਹਿੰਦੇ ਆਪਣੀਆਂ ਅੱਖਾਂ ਨੂੰ, ਨੇਤਰਾਂ। ਹੁਣ ਇਹ ਦ੍ਰਿਸ਼ਟੀ ਦੀ ਪੜ੍ਹਾਈ ਹੈ ਜੋ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਇਹ ਬ੍ਰਹਮ ਦਾ ਗਿਆਨ ਦਿੱਤਾ ਜਾ ਰਿਹਾ, ਬ੍ਰਹਮ ਵਿਦਿਆ। ਇਹਦੇ ਵਿੱਚ ਫਿਰ ਆਪਾਂ ਨੂੰ ਇਹ ਦ੍ਰਿਸ਼ਟੀ ਦੀ ਪੜ੍ਹਾਈ ਵੀ ਦੱਸੀ ਜਾਂਦੀ ਹੈ ਬਈ ਅਸੀਂ ਦੇਖਣਾ ਹੁੰਦਾ ਦ੍ਰਿਸ਼ਟੀ ਦੇ ਵਿੱਚ ਵੀ ਇਹਨਾਂ ਦੀ ਦ੍ਰਿਸ਼ਟੀ 'ਚ ਕੌਣ ਬੈਠਾ। ਹੁਣ ਇਹ ਪੰਜ ਨੇ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵੀ ਇਹਨਾਂ ਅੱਖਾਂ ਦਾ ਇਸਤੇਮਾਲ ਕਰਦੇ ਦ੍ਰਿਸ਼ਟੀ 'ਚ ਬਹਿੰਦੇ। ਉਹ ਇਹ ਉਦੋਂ ਬਹਿੰਦੇ ਜਦੋਂ ਮਨ ਸੁੱਤਾ ਹੁੰਦਾ। ਜਦੋਂ ਇੱਥੇ ਆ ਕੇ ਮਨ ਵਿਚਾਰਾਂ 'ਚ, ਭਰਮ 'ਚ ਪੈ ਜਾਂਦਾ, ਸੌਂ ਜਾਂਦਾ, ਫਿਰ ਇਸ ਦ੍ਰਿਸ਼ਟੀ ਦਾ ਪੰਜੇ ਇਸਤੇਮਾਲ ਕਰਦੇ। ਕਿਉਂਕਿ ਮਨ ਨੇ ਵੀ ਇੱਥੇ ਆ ਕੇ ਬਹਿਣਾ। ਜਿਹੜੇ ਆਪਣੀਆਂ ਅੱਖਾਂ ਨੇ, ਅੱਖਾਂ ਦੇ ਵਿੱਚ ਜਿਹੜਾ ਸਫੇਦ ਬਿੰਦੂ ਹੈ, ਇਹਨੂੰ ਧੀਰੀ ਦਾ ਨਾਮ ਦਿੱਤਾ ਗੁਰਬਾਣੀ 'ਚ, ਇਹਨੂੰ ਧੀਰੀ ਕਹਿੰਦੇ। ਸੋ ਬਾਕੀ ਜਿਵੇਂ ਬੱਚਾ ਛੋਟਾ ਹੁੰਦਾ ਹਰ ਇੱਕ ਚੀਜ਼ ਵੱਧਦੀ ਹੈ, ਵੱਧਦੀ ਹੈ ਆਪਣੀ, ਇਹ ਸਰੀਰ ਦੇ ਅੰਗ ਸਾਰੇ ਵੱਧਦੇ ਨੇ, ਸਿਰਫ ਉਹ ਧੀਰੀ ਹੈ ਜਿਹੜੀ ਉਹ ਨਹੀਂ ਵੱਧਦੀ ਹੈ, ਉਹ ਉੱਥੇ ਰਹਿੰਦੀ। ਅਤੇ ਇਹਦੇ ਵਿੱਚ ਆ ਕੇ ਧੀਰੀ ਦੇ ਸਾਡਾ ਮਨ ਬਹਿੰਦਾ। ਇਹਦੇ ਵਿੱਚ ਜੋਤ ਰੱਖੀ ਮਨ ਦੀ, ਜਿਹਨੂੰ ਮਹਾਰਾਜ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ। ਹੁਣ ਮਨ ਹੈ ਜਿਹੜਾ ਇਹ ਜੋਤ ਸਰੂਪ ਹੈ, ਅਤੇ ਜੋਤ ਇਹਨਾਂ ਅੱਖਾਂ ਦੇ ਵਿੱਚ ਰੱਖੀ ਹੈ, ਨੇਤਰਾਂ ਦੇ ਵਿੱਚ। ਜਿਉਂ ਹੀ ਆਪਾਂ ਇਸ ਸਰੀਰ ਦੇ ਵਿੱਚ ਪ੍ਰਵੇਸ਼ ਹੁੰਦੇ ਹਾਂ, ਮਨ ਸਾਡਾ ਆਉਂਦਾ ਹੈ, ਇਹਨਾਂ ਨੇਤਰਾਂ 'ਚ ਆ ਕੇ ਬੈਠਦਾ ਹੈ, ਅੱਖਾਂ ਦੇ ਵਿੱਚ ਦੇਖਣਾ ਸ਼ੁਰੂ ਕਰਦਾ ਹੈ। ਫਿਰ ਜੇ ਮਨ ਆ ਕੇ ਇੱਧਰ ਸੌਂ ਜਾਂਦਾ ਹੈ, ਜੇ ਤਾਂ ਮਨ ਜਾਗਦਾ, ਜਾਗਿਆ ਹੋਇਆ ਮਨ ਜਦੋਂ ਇਹ ਦ੍ਰਿਸ਼ਟੀ ਦਾ ਇਸਤੇਮਾਲ ਕਰੇਗਾ, ਫਿਰ ਉਹ ਪਰਮਾਤਮਾ ਨੂੰ ਦੇਖੇਗਾ। ਫਿਰ ਉਹਨੂੰ ਕੁਝ ਹੋਰ ਨਹੀਂ, ਉਹਨੂੰ ਹਰ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਏਗਾ। ਜਦੋਂ ਮਨ ਜਾਗਤ ਅਵਸਥਾ 'ਚ ਹੁੰਦਾ, ਜਦੋਂ ਮਨ ਦੇਖਦਾ ਨੇਤਰਾਂ 'ਚ ਬੈਠ ਕੇ, ਜਦੋਂ ਮਨ ਇੱਧਰ ਆ ਕੇ ਸੌਂ ਜਾਂਦਾ, ਵਿਚਾਰਾਂ 'ਚ ਪੈ ਜਾਂਦਾ, ਫਿਰ ਇਹ ਜਿਹੜੇ ਪੰਜ ਨੇ ਫਿਰ ਇਸ ਦ੍ਰਿਸ਼ਟੀ ਦਾ ਇਹ ਇਸਤੇਮਾਲ ਕਰਦੇ ਨੇ, ਵਾਰੀ ਵਾਰੀ ਕਰਦੇ ਨੇ। ਕਦੇ ਦ੍ਰਿਸ਼ਟੀ ਵਿੱਚ ਆ ਕੇ ਕਾਮ ਬੈਠ ਜਾਂਦਾ, ਜਦੋਂ ਕਾਮ ਬਹਿੰਦਾ ਉਦੋਂ ਦ੍ਰਿਸ਼ਟੀ ਹੋਰ ਹੁੰਦੀ, ਜੀਵ ਦੀਆਂ ਅੱਖਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਇਹਦੀ ਝਾਕਣੀ ਕਿੱਦਾਂ ਦੀ। ਕਦੇ ਇਸ ਦ੍ਰਿਸ਼ਟੀ ਦੇ ਵਿੱਚ ਕ੍ਰੋਧ ਬਹਿ ਜਾਂਦਾ, ਜਦੋਂ ਕ੍ਰੋਧ ਬਹਿੰਦਾ ਹੈ ਉਦੋਂ ਵੀ ਪਤਾ ਲੱਗ ਜਾਂਦਾ ਵੀ ਇਹਦੀ ਦ੍ਰਿਸ਼ਟੀ ਕਰੂਰ ਹੈ। ਜਿਵੇਂ ਆਪਾਂ ਦੇਖਦੇ ਸੰਸਾਰ 'ਚ ਬਈ ਜਦੋਂ ਜੀਵ ਨੂੰ ਗੁੱਸਾ ਚੜ੍ਹਿਆ ਹੋਵੇ ਉਹਦੀ ਝਾਕਣੀ ਬਦਲ ਜਾਂਦੀ। ਕਦੇ ਫਿਰ ਇਸ ਦ੍ਰਿਸ਼ਟੀ 'ਚ ਆ ਕੇ ਲੋਭ ਬਹਿ ਜਾਂਦਾ, ਜਦੋਂ ਲੋਭ ਬਹਿੰਦਾ ਉਦੋਂ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਲੋਭ ਲਹਿਰ ਚੱਲ ਰਹੀ ਹੈ, ਵੀ ਇਹ ਆਪਣੇ ਨਾਲ ਧੋਖਾ ਕਰਨਾ ਚਾਹੁੰਦਾ ਹੈ। ਕਦੇ ਇਸ ਦ੍ਰਿਸ਼ਟੀ 'ਚ ਆ ਕੇ ਹੰਕਾਰ ਬਹਿ ਜਾਂਦਾ, ਜਦੋਂ ਹੰਕਾਰ ਬੈਠੇਗਾ ਉਦੋਂ ਦ੍ਰਿਸ਼ਟੀ ਹੋਰ ਹੋ ਜਾਏਗੀ। ਕਦੇ ਇਸ ਦ੍ਰਿਸ਼ਟੀ ਦਾ ਫਿਰ ਮੋਹ ਇਸਤੇਮਾਲ ਕਰਦਾ, ਮੋਹ ਆ ਕੇ ਬਹਿੰਦਾ, ਜਦੋਂ ਮੋਹ ਬਹਿੰਦਾ ਉਦੋਂ ਦ੍ਰਿਸ਼ਟੀ ਹੋਰ ਹੋ ਜਾਂਦੀ, ਪਤਾ ਲੱਗ ਜਾਂਦਾ। ਸੋ ਇਸ ਤਰ੍ਹਾਂ ਫਿਰ ਜਦੋਂ ਤਾਂ ਮਨ ਸੁੱਤਾ ਹੁੰਦਾ ਹੈ, ਫਿਰ ਇਹ ਪੰਜੇ ਇਹਨਾਂ ਨੇਤਰਾਂ ਦਾ, ਇਸ ਦ੍ਰਿਸ਼ਟੀ ਦਾ ਇਸਤੇਮਾਲ ਕਰਦੇ, ਵਾਰੀ ਵਾਰੀ ਕਰਦੇ। ਅਤੇ ਜਦੋਂ ਫਿਰ ਆਪਾਂ ਸਤਸੰਗ 'ਚ ਆਉਂਦੇ ਹਾਂ, ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਫਿਰ ਆਪਣੇ ਮਨ ਦੀ ਜੋਤ ਪ੍ਰਗਟ ਕਰਦੇ ਨੇ ਗੁਰੂ। ਜਿਹੜੀ ਜੋਤ ਸਾਡੇ ਅੰਦਰ ਗੁਪਤ ਹੋ ਗਈ ਹੈ, ਜਿਸ ਨੂੰ ਮਹਾਰਾਜ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਈ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਈ, ਗੁਰ ਸਾਖੀ ਜੋਤ ਪ੍ਰਗਟ ਹੋਈ।
फिर अपने मन की जिहड़ी जोत गुप्त हो गई है वो गुरु प्रगट करता है। जदों प्रगट करते फिर अपनी जिहड़ी दृष्टि फिर आपां नूं दसदे भी इस तरह दृष्टि का इस्तेमाल करना। फिर जदों आप ये दृष्टि दोबारा देखते फिर सानूं सामने परमात्मा दिखता। फिर जो अपनी आत्मा है प्रकाश रूप फिर आपां नूं आत्मा का प्रकाश नज़र आउंदा है। इस नूं फिर कहिंदे ने जुगती भी गुरु ने सानूं जुगत सिखाउणी। जुगत की उन्हें सानूं देखण दा ढंग सिखाउणा भी पहलां सानूं ये दृष्टि का इस्तेमाल करना नहीं आउंदा क्योंकि मन जदों सौ जांदा है पंजे करदे ने। फिर अपने मन नूं ये सिखाया जाता है अकल ते जोत गुरु फिर सिखाउंदा है। फिर जदों आपां नूं सिखाउंदे फिर अपनी दृष्टि बदल जाती है। इस दृष्टि दे विच ही जिथे पहलां पंज बहिंदे सी फिर उत्थे ये दृष्टि का इस्तेमाल मन करता है। जदों मन करता मन फिर परमात्मा नूं देखता है। फिर मन नूं समझाउंदे ने भी हुण तू परमात्मा नूं देखदा रहना, तू ही इस दृष्टि का इस्तेमाल करना है। जे तू फिर सौ गया विचारां च चला गया तो फिर ये पंज देखण लग जाणगे। फिर ऐसी अवस्था च मन नूं कहिंदे ये मन मेरे आ तू सदा रहो हर नाले भी हुण तू सदा मालक दे नाल रहना, हुण तू मालक नूं देखदा ही रहना। फिर जदों मन गुरु का यह हुक्म मन के लगातार मालक नूं देखदा रहिंदा है। फिर साडा जिहड़ा मन है मन की जोत वो देख देख के मालक नूं उहदे विच समा जांदी है। जिस नूं महाराज कहिंदे लोयण देख रहे विसमाधी चैत अदृष्ट लगाई अदृष्ट सदा रही निरालम ज्योति जोत मिलाई। कि जिहड़े साडे नेत्र सी जदों मन ने देखना शुरू किया मालक नूं ज्योत जोत मिल गई, मन का प्रभाव खत्म हो गया। फिर इस अवस्था दे विच गुरमुखां ने आखिया भी हुण असीं तैनूं ही देखीए, बई हुण साडी इच्छा नहीं दूजे नूं देखण दी, बई हुण जदों असीं देखीए तैनूं ही देखीए, बाहर भी तैनूं देखीए ते जदों आकार नूं देखीए तेरे सरगन रूप नूं उहदे विच भी सानूं तूं ही नज़र आवे। ऐसी अवस्था फिर महाराज फरमाउंदे दोए दोए लोचन पेखां हो हर बिन अवर न देखा। फिर इत्थे मन बेनतियां करदा है भी जे तू साडे ते प्रसन्न होया ही है, जे तू हुण साडे ते त्रुठा है, सानूं तू भेद दिता ही है इन्ना भी किरपा करके सानूं सत संगत मिलाई, सानूं गुरु मिलाया जिन्हें साडी ये जोत प्रगट की, सानूं देखना सिखाया, सानूं दृष्टि का इस्तेमाल करना सिखाया। बई हुण तू साडे ते होर किरपा कर, जे तू टुट के इत्थे तक सानूं ले ही आए हैं, बई हुण तैनूं ही देखते रहिए, बई हुण असीं दूजे नूं ना देखीए, बई ये सानूं किरपा करके तू दात दे। महाराज फरमाउंदे जे तू तुठा किरपा निधान ना दूजा वेखा, इहा पाई मूँह दातड़ी नित हिरदे रखा संभाल। भी ये मैनूं दात चाहिदी भी नित मैं तैनूं हिरदे च संभाल के रखा, तैनूं देखते रहिए, तेरी सेवा करते रहिए। फिर इस तरह जदों मन मालक की सतगुर की सेवा करता है फिर उदों साडे मन के उत्ते सच का मालक का रंग चढ़ता है। जिन्हां दे उत्ते रंग चढ़ गया इहनूं कहिंदे लाल रंग, पक्का मछीठ का रंग। जिन्हां दे चढ़ गया उन्हां नूं कहिंदे वड्डे भागां वाले, बड़े भागी। महाराज कहिंदे लाल रंग
तिसको लगा जिसके बड़भागा, मैला कदे ना हो गई ना लागे दागा। संसार के रंग तो मैले हो जाते, दाग लग जाता। ये ऐसा रंग है जिन्हों कदे दाग नहीं लगता, जिहदे नाल मन कदे मैला नहीं होता। तो इस तरह फिर गुरमुख मालक नूं देख देख के सतगुर की सेवा कर करके रंग चढ़ा लेते। तो सच्चे पातशाह कहते फिर ये साडी कीती हुई सेवा ये सफल है। सतगुर की सेवा जिहड़ी वो इन्हां हथां पैरां दे नाल नहीं, वो सिर्फ दृष्टि द्वारा होती है। इसे वरताए महाराज कहते ने सतगुर की सेवा सफल है, जे को करे चित लाई। मन चिंदे फल पावना, हौमे विचों जाए। ये साडी कीती हुई सेवा ये सफल है। सो इस तरीके दे नाल फिर जदों साडा मन सेवा करदा, सतगुर दी सेवा कर करके साडी जोत जोत मिल जाती तो मन घर बैठ जाता। जदों मन घर बैठ गया फिर मन का आपा भाव खत्म हो जाता। उदों कहते भी मन घरे बैठ गया, मन का आपा भाव खत्म हो गया। जदों मन घर बैठ जाता है फिर ये जिहड़ी साडी दृष्टि इहदा इस्तेमाल फिर सतगुरु करदे। फिर इन्हां नेत्रां दे विच, इन्हां दृष्टि दे विच आके सतगुरु बैठ जाते। फिर ये जिहड़ी रसना है, ये रसना राही मालक आप बोलता है। उदों बोलता जदों साडा मन घरे बैठ जाता। महाराज कहते सुन सहज में रहा समाई, मन मध्य जाने जे कोई, जो बोले सो आपे होई। आप गुरु का वचन मनते हुए, अभ्यास करते हुए मन नूं घरे लैके घरे बैठ गए। जदों मन घरे बैठ गया तो शरीर का इस्तेमाल सतगुर ने करना शुरू कर दिता। जिहड़ी ये रसना सी, रसना ते आके सतगुर ने बोलना शुरू कर दिता। जिहड़ी ये दृष्टि सी, दृष्टि विच आप आके सतगुरु बैठ गए। फिर वो जिहड़ी दृष्टि जिहदे विच सतगुरु आके बैठते वो अमृतमई दृष्टि हुंदी है। जिहड़े वो वचन हुंदे सतगुरु बोलते वो अमृतमई वचन हुंदे ने। उन्हां वचनां दे नाल उस दृष्टि दे नाल साडे जीवन का बहुत भला होंदा है। जिहदे ते वो दृष्टि पै जांदी ਉਹਦੇ ਜਿਹੜੇ ਪਾਪ ਨੇ ਜੀਵ ਦੇ ਕੀਤੇ ਹੋਏ ਉਹ ਪਾਪ ਖੰਡਨ ਹੋ ਜਾਂਦੇ ਨੇ। ਜਿਹੜੇ ਜੀਵ ਉਹ ਬਚਨਾਂ ਨੂੰ ਸੁਣ ਲੈਂਦੇ, ਜਿਨ੍ਹਾਂ ਦੇ ਹਿਰਦੇ ਤੇ ਉਹਨਾਂ ਬਚਨਾਂ ਦੀ ਧੂੜੀ ਪੈਂਦੀ, ਉਹਨਾਂ ਦੇ ਪਾਪ ਕੱਟੇ ਜਾਂਦੇ। ਮਨ ਜਿਹੜਾ ਉਹ ਸਹਿਜ ਦੇ ਵਿੱਚ ਆ ਜਾਂਦਾ, ਮਨ ਸੁਖੀ ਹੋ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੋ ਫਿਰ ਬੋਲਦਾ ਹੈ ਉਹ ਸਤਿਗੁਰੂ ਆਪ ਬੋਲਦੇ, ਉਹ ਮਾਲਕ ਬੋਲਦੇ, ਉਹਨਾਂ ਦੇ ਬਚਨ ਹੁੰਦੇ। ਇਸੇ ਤਰ੍ਹਾਂ ਹੀ ਫਿਰ ਐਸੀ ਅਵਸਥਾ 'ਚ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾਉਂਦੇ ਵੀ ਅਸੀਂ ਆਪਦੇ ਕੋਲੋਂ ਕੁਝ ਨਹੀਂ ਸੁਣਾਉਂਦੇ। ਜੋ ਮਾਲਕ ਦਾ ਹੁਕਮ ਹੁੰਦਾ, ਜੋ ਉਹਨਾਂ ਨੇ ਸੁਣਾਉਣਾ ਉਹੀ ਸੁਣਾਉਂਦੇ। ਮਹਾਰਾਜ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਵੀ ਜੋ ਮਾਲਕ ਸਾਨੂੰ ਜੀਵਾਂ ਨੂੰ ਉਪਦੇਸ਼ ਦੇਣਾ ਚਾਹੁੰਦੇ, ਜੋ ਸਾਨੂੰ ਜੀਵਾਂ ਨੂੰ ਸਮਝਾਉਣਾ ਚਾਹੁੰਦੇ, ਫਿਰ ਉਹਨਾਂ ਗੁਰਮੁਖਾਂ ਦੇ ਮੁਖ ਰਾਹੀਂ ਕਹਿੰਦੇ, ਤਾਂ ਉਹਨਾਂ ਨੂੰ ਕਹਿੰਦੇ ਗੁਰਮੁਖ। ਗੁਰਮੁਖ ਦਾ ਭਾਵ ਹੁੰਦਾ ਵੀ ਜਿਹੜੇ ਮੁਖ 'ਚ ਮਾਲਕ ਆਪ ਬੋਲਦਾ ਉਹਨੂੰ ਕਹਿੰਦੇ ਗੁਰਮੁਖ। ਵੀ ਇਹਨਾਂ ਦੇ ਜਿਹੜੇ ਬਚਨ ਇਹ ਆਪਦੇ ਨਹੀਂ, ਆਪਦੇ ਕੋਲੋਂ ਨਹੀਂ ਕੁਝ ਬੋਲਦੇ, ਇਹਨਾਂ ਦੇ ਮੁਖ 'ਚ ਮਾਲਕ ਆਪ ਬੋਲਦਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਉਹਨੂੰ ਗੁਰਮੁਖ ਵੀ ਕਹਿੰਦੇ, ਉਹਨਾਂ ਨੂੰ ਸੰਤ ਸਾਧੂ ਵੀ ਕਹਿੰਦੇ, ਉਹਨਾਂ ਨੂੰ ਗੁਰਸਿੱਖ ਵੀ ਕਹਿੰਦੇ, ਉਹਨਾਂ ਨੂੰ ਭਗਤ ਵੀ ਕਹਿੰਦੇ।
ਤੇ ਮਹਾਰਾਜ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਰਮਾਤਮਾ ਕਿੱਥੇ ਵੱਸਦਾ, ਕਿੱਥੇ ਬੋਲਦਾ। ਕਹਿੰਦੇ ਸਾਧੂਆਂ ਦੀ ਰਸਨਾ 'ਤੇ, ਉਹਨਾਂ ਦੇ ਮੁੱਖ ਰਾਹੀਂ ਬੋਲਦਾ ਹੈ। ਮਹਾਰਾਜ ਕਹਿੰਦੇ ਪ੍ਰਭ ਜੀ ਵਸੇ ਸਾਧ ਕੀ ਰਸਨਾ, ਵੀ ਸਾਧੂਆਂ ਦੀ ਰਸਨਾ 'ਤੇ ਉਹ ਵੱਸਦਾ, ਉਹ ਆਪ ਬੋਲਦਾ ਹੈ। ਇਸ ਕਰਕੇ ਫਿਰ ਸਾਧੂਆਂ ਦੇ ਕੀਤੇ ਹੋਏ ਬਚਨ ਉਹ ਅਟੱਲ ਹੋ ਜਾਂਦੇ। ਇੱਕ ਤਾਂ ਹੈ ਉਹ ਬਚਨ ਉੱਦਾਂ ਤ੍ਰੈ ਗੁਣਾਂ 'ਚ ਸੰਸਾਰ ਦੇ ਵਿੱਚ ਤਾਂ ਉਹ ਆਪਣੇ ਵਾਂਗੂ ਹੀ ਵਿਚਰਦੇ ਨੇ, ਆਮ ਜੀਵਾਂ ਵਾਂਗੂ ਹੀ, ਕਿਉਂਕਿ ਆਪਾਂ ਨੂੰ ਕੋਈ ਇਹ ਨਹੀਂ ਵੀ ਆਪਾਂ ਕਿਸੇ ਨੇ ਪਹਿਰਾਵਾ ਇੱਦਾਂ ਦਾ ਪਾ ਲਿਆ ਅਤੇ ਉਹ ਸਾਧੂ ਹੈ। ਸਾਧੂ ਮਨ ਦੀ ਅਵਸਥਾ ਹੈ, ਕੋਈ ਸਾਧੂ ਪਹਿਰਾਵੇ ਦਾ ਨਾਂ ਨਹੀਂ ਹੈ। ਇਹ ਨਹੀਂ ਵੀ ਚੋਲਾ ਪਾਇਆ ਅਤੇ ਉਹੀ ਸਾਧੂ ਹੈ। ਸਾਧੂ ਮਨ ਦੀ ਸਟੇਜ ਹੈ। ਮਨ ਨੇ ਸਾਧੂ ਬਣਨਾ, ਸੰਤ ਮਨ ਨੇ ਬਣਨਾ, ਗੁਰਮੁਖ ਮਨ ਨੇ ਬਣਨਾ। ਅਤੇ ਜਿੰਨੇ ਵੀ ਇਹ ਸੰਤ, ਸਾਧੂ, ਭਗਤ, ਬ੍ਰਹਮ ਗਿਆਨੀ, ਗੁਰਮੁਖ, ਗੁਰਸਿੱਖ, ਇਹ ਸਾਰੇ ਪਰਮਾਤਮਾ ਨੂੰ ਮਿਲੇ ਹੁੰਦੇ ਨੇ। ਇਹਨਾਂ ਸਾਰਿਆਂ ਦਾ ਮਿਲਾਪ ਹੁੰਦਾ, ਤਾਂਹੀਓ ਇਹਨਾਂ ਨੂੰ ਇਹ ਨਾਮਾਂ ਦੇ ਨਾਲ ਨਵਾਜਿਆ ਜਾਂਦਾ, ਇਹ ਆਖਿਆ ਜਾਂਦਾ ਹੈ। ਕੋਈ ਇਸ ਵਾਸਤੇ ਫਿਰ ਕਿਸੇ ਇਕੱਲਾ ਪਹਿਰਾਵੇ ਦਾ ਨਾਂ ਨਹੀਂ ਹੈ ਸੰਤ ਸਾਧੂ, ਇਹ ਮਨ ਦੀ ਅਵਸਥਾ ਹੈ। ਜਿਨ੍ਹਾਂ ਦਾ ਮਨ ਘਰੇ ਚਲਿਆ ਗਿਆ, ਜਿਨ੍ਹਾਂ ਦੀ ਦ੍ਰਿਸ਼ਟੀ ਦੇ ਵਿੱਚ ਫਿਰ ਆਪ ਸਤਿਗੁਰੂ ਆ ਕੇ ਬੈਠਦਾ ਹੈ, ਉਹਨਾਂ ਨੂੰ ਇਹ ਖਿਤਾਬ ਦਿੱਤੇ ਨੇ। ਅਤੇ ਉਹਨਾਂ ਦੇ ਫਿਰ ਜਿਹੜੇ ਬਚਨ ਉਹ ਸਾਡੇ ਮਨਾਂ ਵਾਸਤੇ, ਸਾਡੇ ਜੀਵਾਂ ਵਾਸਤੇ ਉਹ ਆਧਾਰ ਬਣਦੇ ਨੇ। ਉਹਦੇ ਨਾਲ ਸਾਡਾ ਜੀਵਨ ਬਦਲਦਾ ਹੈ। ਸੰਸਾਰ ਦੇ ਵਿੱਚ ਉਹ ਆਮ ਜੀਵਾਂ ਵਾਂਗੂ ਹੀ ਵਿਚਰਦੇ ਨੇ, ਕਿਉਂਕਿ ਅਸੀਂ ਉਹਨਾਂ ਦੀ ਪਹਿਚਾਣ ਨਹੀਂ ਕਰ ਸਕਦੇ। ਉਹ ਆਮ ਤੋਂ ਵੀ ਆਮ ਹੁੰਦੇ ਨੇ। ਜਿਵੇਂ ਇੱਕ ਤਾਂ ਹੈ ਜੀਵ ਸੰਸਾਰ ਦੇ ਵਿੱਚ ਜਿਹੜਾ ਸਿਮਰਨ ਭਗਤੀ ਕਰਦਾ ਨਹੀਂ, ਉਹਦੇ ਅੰਦਰ ਤਾਂ ਹਉਮੈ ਹੰਕਾਰ ਹੁੰਦਾ ਹੈ, ਅਤੇ ਉਹਨਾਂ ਦੇ ਅੰਦਰ ਦਾ ਇੰਨਾ ਸਹਿਜ ਹੁੰਦਾ ਹੈ, ਉਹ ਬਿਲਕੁਲ ਨਿਮਾਣੇ ਨੀਵੇਂ ਹੋ ਕੇ ਚੱਲਦੇ। ਬਈ ਉਹਨਾਂ ਦੀ ਅਸੀਂ ਪਹਿਚਾਣ ਕਰ ਹੀ ਨਹੀਂ ਸਕਦੇ ਜਦ ਤੱਕ ਮਾਲਕ ਕਿਰਪਾ ਨਾ ਕਰੇ ਸਾਡੇ 'ਤੇ। ਪਰਮਾਤਮਾ ਦੀ ਕਿਰਪਾ ਨਾ ਹੋਵੇ, ਸਾਧੂ ਚਾਹੇ ਆਪਣੇ ਘਰ ਹੀ ਰਹਿੰਦਾ ਹੋਵੇ, ਸਾਨੂੰ ਉਹਦੀ ਪਹਿਚਾਣ ਨਹੀਂ ਆਏਗੀ। ਇਸ ਕਰਕੇ ਫਿਰ ਜਿਵੇਂ ਭਗਤ ਹੋਏ, ਭਗਤਾਂ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਨਹੀਂ ਪਹਿਚਾਣਿਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਕੌਣ ਨੇ। ਉਹ ਸਮਝਦੇ ਵੀ ਸ਼ਾਇਦ ਸਾਡੇ ਵਰਗੇ ਹੀ ਨੇ, ਕਿਉਂਕਿ ਉਹ ਸੰਸਾਰ 'ਚ ਰਹਿੰਦੇ ਹੀ ਇਸ ਤਰੀਕੇ ਨਾਲ, ਨਾਲੇ ਕੰਮ ਕਾਰ ਕਰੀ ਜਾਂਦੇ, ਨਾਲੇ ਸੰਸਾਰ ਦੇ ਵਿੱਚ ਵਿਚਰੀ ਜਾਂਦੇ, ਕਾਰ ਵਿਹਾਰ ਵੀ ਕਰੀ ਜਾਂਦੇ, ਪਤਾ ਹੀ ਨਹੀਂ ਲੱਗਦਾ। ਸੋ ਇਹਦਾ ਪਤਾ ਸਾਨੂੰ ਫੇਰ ਲੱਗਦਾ ਜਦੋਂ ਮਾਲਕ ਦੀ ਕਿਰਪਾ ਹੋਵੇ, ਫਿਰ ਉਹ ਸਾਨੂੰ ਇਹ ਸੋਝੀ ਦਿੰਦਾ, ਅੰਦਰੋਂ ਸਮਝਾਉਂਦਾ ਸਾਨੂੰ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਮਾਲਕ ਦੀ ਕਿਰਪਾ ਹੁੰਦੀ ਫਿਰ ਸਾਨੂੰ ਸੰਤਾਂ ਦਾ ਸੰਗ ਹੁੰਦਾ, ਫਿਰ ਉਹ ਸਾਡੇ ਇਹਨਾਂ ਨੇਤਰਾਂ 'ਚ ਗਿਆਨ ਦਾ ਅੰਜਨ ਸੁਰਮਾ ਪਾਉਂਦੇ, ਅਤੇ ਜਿਹਦੇ ਨਾਲ ਸਾਨੂੰ ਉਹਨਾਂ ਦੀ ਪਹਿਚਾਣ ਆਉਂਦੀ ਹੈ। ਇਸ ਲਈ ਮਹਾਰਾਜ ਕਹਿੰਦੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਵੀ ਜਦੋਂ ਸੰਤਾਂ ਦੀ ਸਾਨੂੰ ਸੰਗ ਹੁੰਦਾ, ਉਦੋਂ ਹੁੰਦਾ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ। ਹਰ ਕਿਰਪਾ ਤੇ ਸੰਤ ਭੇਟਿਆ, ਸਾਨੂੰ ਸੰਤਾਂ ਦਾ ਭੇਟ, ਸੰਤਾਂ ਦਾ ਸੰਗ ਉਦੋਂ ਹੁੰਦਾ ਜਦੋਂ ਪਰਮਾਤਮਾ ਕਿਰਪਾ ਕਰਦਾ। ਫਿਰ ਹੀ ਸਾਨੂੰ ਉਹਨਾਂ ਦੀ ਪਹਿਚਾਣ ਆਉਂਦੀ, ਫਿਰ ਹੀ ਸਾਨੂੰ ਪਤਾ ਲੱਗਦਾ, ਫਿਰ ਹੀ ਸਾਨੂੰ ਉਹਨਾਂ ਦੇ ਬਚਨਾਂ ਦੀ ਸਮਝ ਆਉਂਦੀ ਹੈ। ਨਹੀਂ ਤਾਂ ਜੀਵ ਉਹਨਾਂ ਨੂੰ ਕਮਲਾ ਹੀ ਕਹਿੰਦੇ ਨੇ, ਵੀ ਇਹ ਤਾਂ ਗੱਲਾਂ ਹੀ ਹੋਰ ਹੀ ਕਰਦੇ ਨੇ ਜਿਹੜੀਆਂ ਕਦੇ ਸੁਣੀਆਂ ਨੇ, ਵੀ ਜਿਹੜੀਆਂ ਸਮਝ ਹੀ ਨਹੀਂ ਆਉਂਦੀਆਂ, ਤਾਂ ਸ਼ਦਾਈ ਹੋਏ ਨੇ, ਤਾਂ ਕਮਲੇ ਨੇ ਸ਼ਾਇਦ ਜਿੱਦਾਂ ਦੀਆਂ ਗੱਲਾਂ ਕਰਦੇ। ਜਿਵੇਂ ਭਗਤਾਂ ਨੂੰ ਵੀ ਆਖਿਆ ਬਾਬਾ ਕਬੀਰ ਜੀ, ਜਿਨ੍ਹਾਂ ਤੇ ਮਾਲਕ 'ਚ ਕੋਈ ਫਰਕ ਨਹੀਂ, ਪਰਮਾਤਮਾ ਦਾ ਰੂਪ ਹੋ ਚੁੱਕੇ ਨੇ। ਸੰਸਾਰੀ ਜੀਵ ਉਹਨਾਂ ਨੂੰ ਕਮਲਾ ਕਹਿੰਦੇ, ਕਹਿੰਦੇ ਬੌਰਾ ਹੋ ਗਏ। ਅਤੇ ਉਹਨਾਂ ਨੇ ਗੁਰਬਾਣੀ 'ਚ ਉਵੇਂ ਹੀ ਦੱਸਿਆ, ਕਹਿੰਦੇ ਲੋਕ ਕਹੇ ਕਬੀਰ ਬੌਰਾਨਾ, ਵੀ ਲੋਕ ਕਹਿੰਦੇ ਕਬੀਰ ਬੌਰਾ ਹੈ। ਬੌਰਾ ਕੀ, ਵੀ ਕਮਲਾ ਹੈ, ਵੀ ਇਹ ਉਹ ਗੱਲਾਂ ਕਰਦਾ ਹੈ ਵੀ ਜਿਹਦੀ ਸਾਨੂੰ ਸਮਝ ਨਹੀਂ ਲੱਗਦੀ। ਹੁਣ ਇਹ ਨਹੀਂ ਸਮਝਦੇ ਵੀ ਕਮਲੇ ਅਸੀਂ ਆਪ ਹੋਏ ਹੋਏ ਹਾਂ, ਸਾਨੂੰ ਤਾਂ ਨਹੀਂ ਸਮਝ ਲੱਗਦੀ, ਵੀ ਸਾਨੂੰ ਮਾਇਆ ਨੇ ਨਸ਼ਾ ਹੀ ਇੰਨਾ ਚੜ੍ਹਾਇਆ, ਸਾਨੂੰ ਤਾਂ ਨਹੀਂ ਸਮਝ ਲੱਗਦੀ।
ਸੋ ਜੇ ਅਸੀਂ ਉਹਨਾਂ ਦਾ ਸੰਗ ਕਰੀਏ, ਲਗਾਤਾਰ ਉਹਨਾਂ ਦੀ ਵਿਚਾਰ ਨੂੰ ਸੁਣੀਏ, ਸੁਣ ਕੇ ਮੰਨੀਏ, ਤੇ ਸਾਡਾ ਜੀਵਨ ਬਦਲ ਜਾਂਦਾ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਉਹਨਾਂ ਦਾ, ਸੰਤਾਂ ਦਾ, ਸਾਧੂਆਂ ਦਾ ਬਚਨ ਕਮਾ ਲਈਏ ਤੇ ਅਸੀਂ ਇਹ ਭਵ ਸਾਗਰ ਤੋਂ ਪਾਰ ਹੋ ਜਾਂਦੇ। ਮਹਾਰਾਜ ਕਹਿੰਦੇ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਤਰੀਏ। ਵੀ ਜੇ ਅਸੀਂ ਉਹਨਾਂ ਦਾ ਬਚਨ ਮੰਨੀਏ, ਬਚਨ ਉਹਨਾਂ ਨੇ ਸਾਨੂੰ, ਇਹ ਤਾਂ ਹੈ ਨਹੀਂ ਵੀ ਉਹਨਾਂ ਨੂੰ ਕੋਈ ਸਵਾਰਥ ਹੈ ਸਾਡੇ ਤੱਕ, ਉਹਨਾਂ ਨੇ ਤਾਂ ਆਪਾਂ ਨੂੰ ਪਰਮਾਤਮਾ ਦੇ ਨਾਲ ਹੀ ਜੋੜਨਾ, ਜਿਹਦੇ ਨਾਲ ਉਹ ਆਪ ਜੁੜੇ ਨੇ। ਆਪਾਂ ਨੂੰ ਵੀ ਕਹਿੰਦੇ ਵੀ ਉਹਦੇ ਨਾਲ ਜੁੜੋ, ਉਹ ਇਹ ਵੀ ਨਹੀਂ ਕਹਿੰਦੇ ਵੀ ਸਾਡੇ ਨਾਲ ਜੁੜੋ, ਉਹ ਕਹਿੰਦੇ ਵੀ ਜਿਹਦੇ ਨਾਲ ਅਸੀਂ ਜੁੜੇ ਹਾਂ ਪਰਮਾਤਮਾ ਨਿਰੰਕਾਰ ਦੇ, ਉਹਦੇ ਨਾਲ ਤੁਸੀਂ ਜੁੜੋ। ਜਿਹੜੇ ਸ਼ਬਦ ਗੁਰੂ ਦੀ ਅਸੀਂ ਆਰਾਧਨਾ ਕਰਦੇ ਹਾਂ, ਤੁਸੀਂ ਵੀ ਉਹ ਸ਼ਬਦ ਗੁਰੂ ਨਾਲ ਜੁੜੋ ਅੰਦਰ। ਜਿਸ ਸੱਚ ਦੇ ਨਾਲ ਅਸੀਂ ਜੁੜੇ ਹਾਂ ਪਰਮਾਤਮਾ ਦੇ ਨਾਲ, ਜਿਹਦੀ ਸੇਵਾ ਅਸੀਂ ਕਰਦੇ ਤੁਸੀਂ ਵੀ ਉਹਦੀ ਸੇਵਾ ਕਰੋ। ਉਹ ਤਾਂ ਆਪਾਂ ਨੂੰ ਇਹੀਓ ਕਹਿੰਦੇ। ਹੁਣ ਇਸ ਵਾਸਤੇ ਜੇ ਜੀਵ ਉਹਨਾਂ ਦੀ ਧਿਆਨ ਦੇ ਨਾਲ ਸੁਣੇ ਤੇ ਸੁਣ ਕੇ ਮੰਨੇ ਤੇ ਉਹਦਾ ਜੀਵਨ ਬਦਲ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਵੀ ਅਸੀਂ ਬ੍ਰਹਮ ਦੀ ਵਿਚਾਰ ਕਰਦੇ, ਜਿਹੜਾ ਸੁਣਦਾ ਧਿਆਨ ਦੇ ਨਾਲ ਤੇ ਸੁਣ ਕੇ ਮੰਨਦਾ ਹੈ, ਉਹ ਇਸ ਭਵ ਸਾਗਰ, ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਮਹਾਰਾਜ ਫਰਮਾਉਂਦੇ ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਧਰੇ ਪਾਰ। ਵੀ ਜਿਹੜਾ ਸੁਣੇਗਾ, ਸੁਣ ਕੇ ਮੰਨੇਗਾ, ਕਮਾਏਗਾ ਤੇ ਉਹ ਪਾਰ ਹੋ ਜਾਏਗਾ। ਇਸ ਵਾਸਤੇ ਫਿਰ ਜਿਹੜੀ ਅਕਥ ਕਹਾਣੀ ਹੈ, ਇਹ ਆਪਣਾ ਮਨ ਨਹੀਂ ਕਰਦਾ, ਪਰਮਾਤਮਾ ਆਪ ਹੀ ਕਰਦਾ। ਜਿਹਦੀ ਕਹਾਣੀ ਹੈ ਉਹੀਓ ਕਰੇਗਾ ਮਾਲਕ। ਆਪਾਂ ਸੰਸਾਰ ਦੀਆਂ ਤਾਂ ਕਹਾਣੀਆਂ ਕਰ ਸਕਦੇ ਹਾਂ, ਦੁਨਿਆਵੀ ਮਾਇਆ ਦੀਆਂ ਸਾਖੀਆਂ ਸੁਣਾ ਦਾਂਗੇ, ਹੋਰ ਸੰਸਾਰ ਦੀਆਂ ਗੱਲਾਂ ਸੁਣਾ ਦਾਂਗੇ, ਪਰ ਜਿਹੜਾ ਮਾਲਕ ਨੂੰ ਮਿਲਾਪ ਦਾ ਰਸਤਾ, ਇਹ ਸਾਨੂੰ ਮਾਲਕ ਆਪ ਹੀ ਦੱਸ ਸਕਦਾ। ਇਸ ਵਾਸਤੇ ਫਿਰ ਇਹ ਅਕਥ ਕਹਾਣੀ ਜਿਹੜੀ, ਇਹ ਮਾਲਕ ਆਪ ਹੀ ਕਰਦੇ ਨੇ। ਤਾਈਓ ਮਹਾਰਾਜ ਸਾਨੂੰ ਕਹਿੰਦੇ ਜਾਨੀ ਜਾਨੀ ਰੇ ਰਾਜਾ, ਰਾਮ ਕੀ ਕਹਾਣੀ ਗੁਰ ਪ੍ਰਸ਼ਾਦੀ ਜਾਨੀ। ਵੀ ਇਹ ਜਿਹੜੀ ਸਾਡੀ ਕਹਾਣੀ ਸਾਰਿਆਂ ਦੇ ਮਨਾਂ ਦੀ, ਇਹਨੂੰ ਪ੍ਰੇਮ ਕਹਾਣੀ ਕਹਿੰਦੇ। ਫਿਰ ਇਹ ਪ੍ਰੇਮ ਕਹਾਣੀ ਫੇਰ ਹੀ ਸ਼ੁਰੂ ਹੁੰਦੀ ਜਦੋਂ ਆਪਾਂ ਸਤ ਸੰਗਤ ਕਰਦੇ ਹਾਂ। ਸਤ ਸੰਗਤ ਜਾ ਕੇ ਆਪਾਂ ਸਿਮਰਨ ਕਰਦੇ ਹਾਂ, ਫਿਰ ਸਾਡੇ ਉੱਤੇ ਰੰਗ ਚੜ੍ਹਨਾ ਸ਼ੁਰੂ ਹੁੰਦਾ। ਫਿਰ ਅਸੀਂ ਸ਼ਿੰਗਾਰ ਜਿਹੜਾ ਆਪਦੇ ਪਤੀ ਵਾਸਤੇ ਕਰਦੇ ਹਾਂ, ਅਤੇ ਫਿਰ ਇਹ ਪ੍ਰੇਮ ਕਹਾਣੀ ਸ਼ੁਰੂ ਹੁੰਦੀ ਹੈ। ਇਸ ਵਾਸਤੇ ਸਾਡੀ ਸਾਰਿਆਂ ਦੀ ਆਪਣੀ ਕਹਾਣੀ, ਸਾਡੇ ਮਨਾਂ ਦੀ, ਸਾਡੀਆਂ ਸੁਰਤੀਆਂ ਦੀ, ਕਿਵੇਂ ਅਸੀਂ ਆਪਦੇ ਪਤੀ ਪਰਮੇਸ਼ਰ ਤੋਂ ਵਿਛੜੀਆਂ ਅਤੇ ਕਿਵੇਂ ਹੁਣ ਅਸੀਂ ਵਾਪਸ ਫਿਰ ਆਪਦੇ ਪਤੀ ਦੇ ਨਾਲ ਮਿਲਾਪ ਕਰਨਾ। ਇਸ ਨੂੰ ਫਿਰ ਕਹਿੰਦੇ ਆ ਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੀ ਆਈ। ਵੀ ਇਹ ਪ੍ਰੇਮ ਦੀ ਕਹਾਣੀ, ਸਾਡੇ ਮਨਾਂ ਦੀ ਕਹਾਣੀ, ਹੁਣ ਇਹ ਸਾਨੂੰ ਫੇਰ ਹੀ ਸਮਝ ਆਉਂਦੀ, ਫੇਰ ਹੀ ਇਹ ਕਹਾਣੀ ਸ਼ੁਰੂ ਹੁੰਦੀ ਜਦੋਂ ਹੁਣ ਆਪਾਂ ਇਹ ਸਿਮਰਨ ਕਰਾਂਗੇ। ਪਹਿਲਾਂ ਸਾਡੇ ਮਨ ਦੇ ਉੱਤੋਂ, ਸੁਰਤੀ ਤੋਂ ਇਹ ਮਾਇਆ ਦਾ ਰੰਗ ਲੱਥੇਗਾ। ਆਓ ਹੁਣ ਕਿਵੇਂ ਅਸੀਂ ਇਹਨਾਂ ਰੰਗਾਂ ਨੂੰ ਲਾਉਣਾ। ਪਹਿਲਾਂ ਜਿਹੜਾ ਮਾਇਆ ਦਾ ਚੜ੍ਹਿਆ, ਫਿਰ ਇਹਦੇ 'ਤੇ ਮਜੀਠ ਦਾ ਰੰਗ ਚੜ੍ਹਨਾ। ਉਹਦੇ ਵਾਸਤੇ ਪਹਿਲਾਂ ਇਹ ਆਪਾਂ ਸਿਮਰਨ ਅਭਿਆਸ ਕਰਨਾ, ਤਾਂ ਕਿ ਇਹ ਰੰਗ ਲੱਥੇ ਅਤੇ ਮਾਲਕ ਦਾ ਰੰਗ ਚੜ੍ਹੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਿਉਂ-ਜਿਉਂ ਆਪਾਂ ਇਹ ਅਭਿਆਸ ਕਰਦੇ ਹਾਂ, ਨਾਲ ਨਾਲ ਗੁਰੂ ਦੀ ਮੱਤ ਲੈਂਦੇ ਹਾਂ, ਇਹਦੇ ਸਾਡੀ ਸੁਰਤੀ ਦੇ ਉੱਤੇ ਪਹਿਲਾਂ ਇਹ ਜਿਹੜਾ ਰੰਗ ਚੜ੍ਹਿਆ ਮਾਇਆ ਦਾ ਇਹ ਲੱਥਦਾ ਹੈ, ਫਿਰ ਸੱਚ ਤੇ ਨਾਮ ਦਾ ਰੰਗ ਚੜ੍ਹਨਾ ਸ਼ੁਰੂ ਹੁੰਦਾ, ਪੱਕਾ ਮਜੀਠ ਦਾ ਰੰਗ। ਹੁਣ ਇਸ ਵਾਸਤੇ ਆਪਾਂ ਬਾਚੋ ਬਾਦੇ ਸਿਮਰਨ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਪੜ੍ਹ ਕੇ ਵਿਚਾਰਨਾ। ਗੁਰਬਾਣੀ ਗੁਰੂ ਵਿੱਚ ਪਹਿਲਾਂ ਆਪਾਂ ਨੂੰ ਸਾਰਾ ਗਿਆਨ ਦਿੰਦੇ ਨੇ, ਫਿਰ ਆਪਾਂ ਨੂੰ ਸਵਾਲ ਕਰਦੇ। ਜਿਵੇਂ ਹੁਣ ਇਹ ਪੜ੍ਹਾਈ ਹੈ, ਆਪਾਂ ਸਾਰੇ ਸੰਗਤ 'ਚ ਆਉਂਦੇ ਹਾਂ, ਪਹਿਲਾਂ ਆਪਾਂ ਵਿਚਾਰ ਕਰਦੇ ਹਾਂ ਸਾਰੀ, ਅਤੇ ਫਿਰ ਵਿੱਚੋਂ ਸਵਾਲ ਪੁੱਛਦੇ ਨੇ ਆਪਾਂ ਨੂੰ, ਬਈ ਸਾਨੂੰ ਸਮਝ ਵੀ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ, ਤਾਂ ਕਿ ਜੇ ਨਹੀਂ ਸਾਨੂੰ ਸਮਝ ਲੱਗ ਰਹੀ ਅਤੇ ਅਸੀਂ ਇੱਕ ਦੂਸਰੇ ਨਾਲ ਵਿਚਾਰ ਕਰੀਏ, ਪੁੱਛੀਏ, ਵੀ ਤਾਂ ਕਿ ਸਾਨੂੰ ਸਮਝ ਆਵੇ, ਚੰਗੀ ਤਰ੍ਹਾਂ ਪਤਾ ਲੱਗੇ ਵੀ ਸਾਨੂੰ ਗੁਰਬਾਣੀ ਗੁਰੂ ਕੀ ਉਪਦੇਸ਼ ਦੇ ਰਹੇ, ਕੀ ਸਮਝਾਉਣਾ ਚਾਹੁੰਦੇ ਨੇ। ਇਸ ਲਈ ਹੁਣ ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਨਾ, ਪੜ੍ਹ ਕੇ ਵਿਚਾਰਨਾ, ਖੋਜਣਾ ਕੀ ਹੈ, ਆਪਾਂ ਜਿਵੇਂ ਹੁਣ ਆਪਾਂ ਵਿਚਾਰ ਕੀਤੀ ਹੈ ਬਈ ਸਾਡੀ ਜਿਹੜੀ ਸੁਰਤੀ ਪਹਿਲਾਂ ਇਹਦੇ 'ਤੇ ਮਾਇਆ ਦਾ ਰੰਗ ਚੜ੍ਹੇ, ਉਦੋਂ ਇਹਨੂੰ ਕਹਿੰਦੇ ਦੁਹਾਗਣ, ਮਨਮੁਖ। ਬਈ ਹੁਣ ਸਾਡੀ ਸੁਰਤੀ ਸੁਹਾਗਣ ਕਿੱਥੇ ਜਾ ਕੇ ਬਣਦੀ ਹੈ, ਸਾਨੂੰ ਕਦੋਂ ਕਹਿੰਦੇ ਵੀ ਇਹ ਸੁਹਾਗਣਾਂ ਨੇ, ਉਹ ਆਪਾਂ ਖੋਜ ਕਰਨੀ, ਉਹ ਆਪਾਂ ਲੱਭਣਾ ਗੁਰਬਾਣੀ ਗੁਰੂ ਦੁਆਰਾ। ਬਈ ਅਸੀਂ ਸੁਹਾਗਣਾਂ ਕਦੋਂ ਬਣਾਂਗੀਆਂ, ਸੁਹਾਗਣਾਂ ਦੀ ਨਿਸ਼ਾਨੀ ਕੀ ਹੈ,
ਉਹ ਫਿਰ ਜਦੋਂ ਖੋਜਾਂਗੇ ਫਿਰ ਆਪਣਾ ਮਨ ਪਾਸੇ ਨਹੀਂ ਜਾਏਗਾ, ਆਪਾਂ ਨੂੰ ਪਤਾ ਲੱਗੇਗਾ। ਜੇ ਅਸੀਂ ਉੱਦਾਂ ਹੀ ਪੜ੍ਹੀ ਜਾਂਦੇ ਹਾਂ, ਸਾਡਾ ਮਨ ਤਾਂ ਟਿਕਦਾ ਨਹੀਂ, ਸਾਨੂੰ ਪਤਾ ਤਾਂ ਲੱਗਦਾ ਨਹੀਂ ਵੀ ਅਸੀਂ ਕੀ ਪੜ੍ਹ ਰਹੇ ਹਾਂ। ਇਸ ਵਾਸਤੇ ਗੁਰਬਾਣੀ ਨੂੰ ਪੜ੍ਹਨ ਦੀ ਵਿਧੀ ਤਰੀਕਾ, ਜਦੋਂ ਅਸੀਂ ਇਹ ਵਿਧੀ ਜੁਗਤੀ ਦੁਆਰਾ ਪੜ੍ਹਾਂਗੇ, ਖੋਜੀ ਬਣ ਕੇ ਚੱਲਾਂਗੇ, ਫਿਰ ਸਾਡਾ ਮਨ ਟਿਕਣਾ, ਫਿਰ ਇਹਨੇ ਪਾਸੇ ਨਹੀਂ ਜਾਣਾ। ਜੇ ਅਸੀਂ ਖੋਜਦੇ ਨਹੀਂ, ਉਹ ਮਨ ਤਾਂ ਟਿਕਦਾ ਹੀ ਨਹੀਂ, ਮਨ ਤਾਂ ਭੱਜਿਆ ਹੀ ਫਿਰਦਾ ਹੋਰ ਪਾਸੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਖੋਜੀ ਬਣ ਕੇ ਪੜ੍ਹੋ, ਅਤੇ ਜਿੱਥੋਂ ਨਹੀਂ ਪਤਾ ਲੱਗਦਾ ਇੱਕ ਦੂਸਰੇ ਨਾਲ ਵਿਚਾਰ ਕਰਿਆ ਕਰੋ, ਤਾਂਹੀਓ ਆਪਾਂ ਸੰਗਤ ਰੂਪ 'ਚ ਇਕੱਠੇ ਹੁੰਦੇ। ਇਹਦੇ ਵਿੱਚ ਹੁਣ ਆਪਾਂ ਸਿਮਰਨ ਕਰਕੇ ਲੋਕ ਲੱਜਾ ਤੋਂ ਉੱਪਰ ਉੱਠਣਾ। ਕੋਈ ਆਪਾਂ ਸ਼ਰਮ ਮਹਿਸੂਸ ਨਹੀਂ ਕਰਨੀ, ਵੀ ਇਹ ਨਹੀਂ ਆਪਾਂ ਪੁੱਛਣ ਲੱਗੇ ਵੀ ਸ਼ਰਮ ਹੀ ਮੰਨੀ ਜਾਈਏ ਵੀ ਨਹੀਂ ਜੀ ਅਸੀਂ ਨਹੀਂ ਪੁੱਛਣਾ। ਜੇ ਆਪਾਂ ਸ਼ਰਮ ਹੀ ਮੰਨਾਂਗੇ, ਲੋਕ ਲੱਜੇ ਹੀ ਮੰਨਾਂਗੇ, ਤਾਂ ਸਾਨੂੰ ਭੇਦ ਹੀ ਨਹੀਂ ਆਉਣਾ ਹੈ। ਇਹ ਤੋਂ ਆਪਾਂ ਉੱਪਰ ਉੱਠਣਾ। ਜਿੱਥੋਂ ਆਪਾਂ ਨੂੰ ਨਹੀਂ ਪਤਾ ਲੱਗਦਾ, ਇੱਕ ਦੂਸਰੇ ਨਾਲ ਵਿਚਾਰ ਕਰੋ। ਜੇ ਫਿਰ ਵੀ ਨਹੀਂ ਪਤਾ ਲੱਗਦਾ, ਇੱਥੇ ਸੰਗਤ 'ਚ ਪੁੱਛੋ, ਫਿਰ ਆਪਾਂ ਵਿਚਾਰ ਕਰਾਂਗੇ ਗੁਰਬਾਣੀ ਗੁਰੂ ਦੁਆਰਾ। ਕਿਉਂਕਿ ਐਸਾ ਕੋਈ ਸਵਾਲ ਨਹੀਂ ਆਪਾਂ ਨੂੰ ਵੀ ਜਿਹਦਾ ਸਾਨੂੰ ਕੋਈ ਹੱਲ ਨਾ ਦੱਸਿਆ ਹੋਵੇ ਗੁਰਬਾਣੀ ਗੁਰੂ ਵਿੱਚ। ਸਾਡੇ ਜਨਮ ਤੋਂ ਲੈ ਕੇ ਮੌਤ ਤੱਕ ਜੋ ਵੀ ਆਪਾਂ ਸੋਚ ਸਕਦੇ ਹਾਂ, ਜੋ ਵੀ ਆਪਾਂ ਕਰ ਸਕਦੇ ਹਾਂ, ਸਾਰਾ ਕੁਝ ਦੱਸਿਆ। ਫਿਰ ਮੌਤ ਤੋਂ ਬਾਅਦ ਅੱਗੇ ਅਸੀਂ ਜਾਣਾ ਕਿੱਥੇ ਆ, ਉਹ ਵੀ ਸਾਰਾ ਦੱਸਿਆ ਹੋਇਆ, ਜਿਹੜਾ ਸਾਨੂੰ ਪਤਾ ਨਹੀਂ ਹੁੰਦਾ। ਜਾਣੀ ਦੀ ਇਸ ਲੋਕ ਦਾ ਵੀ ਅਤੇ ਸਾਡੇ ਦੇਸ਼ ਪਰਲੋਕ ਦਾ ਵੀ ਸਾਰਾ ਭੇਦ ਦਿੱਤਾ ਹੋਇਆ। ਪਰ ਸਾਨੂੰ ਦੱਸਣਗੇ ਫਿਰ ਜਦੋਂ ਅਸੀਂ ਪੁੱਛਾਂਗੇ, ਜਿੰਨਾ ਕੁ ਅਸੀਂ ਪੁੱਛਾਂਗੇ ਓਨਾ ਹੀ ਦੱਸਣਗੇ। ਅਤੇ ਜੇ ਹੁਣ ਅਸੀਂ ਪੁੱਛਦੇ ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਕਹਿ ਰਹੇ ਨੇ, ਕੀ ਸਮਝਾ ਰਹੇ ਨੇ। ਜੀਵ ਸਾਰੀ ਉਮਰ ਪੜ੍ਹਦਾ ਰਹਿੰਦਾ, ਕਈ ਉਹਨੂੰ ਪਤਾ ਹੀ ਨਹੀਂ ਵੀ ਮੈਂ ਕੀ ਪੜ੍ਹ ਰਿਹਾ। ਸੋ ਇਸ ਵਾਸਤੇ ਆਪਾਂ ਸਿਰਫ ਇਸ ਵਾਸਤੇ ਨਹੀਂ ਪੜ੍ਹਨਾ ਵੀ ਜਿਵੇਂ ਸੰਸਾਰ 'ਚ ਜੀਵ ਨੇ ਵੀ ਇੱਕ ਬਣਾ ਲਿਆ ਨੇਮ ਵੀ ਮੈਂ ਕਰਨਾ ਹੈ ਜੀ, ਬਸ ਇੰਨੇ ਟਾਈਮ 'ਚ ਹੀ ਕਰ ਦੇਣਾ ਹੈ, ਅਤੇ ਮੇਰੇ ਮਨ ਨੂੰ ਤਸੱਲੀ ਹੋ ਗਈ ਵੀ ਮੈਂ ਠੀਕ ਹੈ ਜੀ, ਵੀ ਮੈਂ 5 ਬਾਣੀਆਂ ਪੜ੍ਹ ਲਈਆਂ ਜਾਂ ਮੈਂ ਇੰਨਾ ਪਾਠ ਕਰ ਲਿਆ। ਪਰ ਜੇ ਉਹਨੂੰ ਪੁੱਛੀਏ ਵੀ ਪੜ੍ਹਿਆ ਕੀ ਕਹਿ ਰਹੇ ਨੇ, ਉਹਦੇ ਬਾਰੇ ਜੇ ਸਾਨੂੰ ਪਤਾ ਹੀ ਨਹੀਂ, ਅਤੇ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਖੋਜੀ ਬਣ ਕੇ ਪੜ੍ਹੋ ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ ਹੈ। ਇਹੀਓ ਆਪਾਂ ਨੂੰ ਸਤ ਸੰਗਤ ਦਾ ਲਾਹਾ ਹੁੰਦਾ ਹੈ ਵੀ ਜਿਹੜੀ ਚੀਜ਼ ਦਾ ਸਾਨੂੰ ਜਿੱਥੋਂ ਨਹੀਂ ਪਤਾ ਲੱਗਦਾ ਉਹ ਅਸੀਂ ਵਾਰ-ਵਾਰ ਪੁੱਛੀਏ, ਤਾਂ ਕਿ ਆਪਣਾ ਮਨ ਇੱਥੋਂ ਫਿਰ ਅੱਗੇ ਚੱਲੇ। ਜਿਵੇਂ ਹੁਣ ਆਪਾਂ ਨੂੰ ਸੰਗਤ ਕਰਦਿਆਂ ਨੂੰ ਕਿੰਨਾ ਸਮਾਂ ਹੋ ਗਿਆ, ਬਹੁਤ ਲੰਮਾ ਸਮਾਂ ਆਪਾਂ ਰੋਜ਼ ਹੀ ਇਹ ਵਿਚਾਰ ਕਰਦੇ। ਫਿਰ ਵੀ ਜੇ ਆਪਾਂ ਨੂੰ ਕਿਤੋਂ ਨਹੀਂ ਪਤਾ ਲੱਗਦਾ, ਪੁੱਛਣਾ, ਆਪਾਂ ਵਾਰ-ਵਾਰ ਪੁੱਛਣਾ। ਸੋ ਇਸ ਕਰਕੇ ਫਿਰ ਇਹ ਆਪਾਂ ਵੱਧ ਤੋਂ ਵੱਧ ਸੰਗਤ ਕਰਕੇ ਆਪਣੇ ਜੀਵਨ ਦਾ ਲਾਹਾ ਖੱਟਣਾ। ਬਾਕੀ ਇਹ ਜੋ ਸਾਰਾ ਭੇਦ ਆਪਾਂ ਨੂੰ ਗੁਰਮੁਖਾਂ ਨੇ ਦਿੱਤਾ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਜੋ ਆਪਣੇ ਜੀਵਨ ਦਾ ਮਕਸਦ ਹੈ ਬਈ ਅਸੀਂ ਇਹ ਨਾ ਹੋਵੇ ਸਾਡੇ ਮਨ 'ਤੇ ਮਾਇਆ ਦੀ ਰੰਗ ਚੜ੍ਹੇ ਰਹਿਣ, ਵੀ ਤੁਸੀਂ ਨਾਮ ਦਾ ਰੰਗ ਚੜ੍ਹਾਵੋ, ਸੱਚ ਦਾ ਰੰਗ ਚੜ੍ਹਾਵੋ। ਉਹ ਕਿਵੇਂ ਚੜ੍ਹਨਾ, ਉਹ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਕਰਕੇ ਭੇਦ ਦਿੱਤਾ ਹੈ। ਤਾਂ ਉਸੇ ਭੇਦ ਨੂੰ ਹੀ ਆਪਾਂ ਦ੍ਰਿੜ ਕਰਦੇ ਵਾਰ-ਵਾਰ, ਤਾਂ ਕਿ ਸਾਡੇ ਹਿਰਦੇ 'ਚ ਵਸ ਜੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।